श्री वाहे गुरु जी। गुरु गरीब निवाज, गुरु गरीब निवाज। एक ओंकार सतगुर प्रसाद, जी गुरु गुरु गरीब निवाज जियो जी। वाणी गुरु गुरु है वाणी, विच वाणी अमृत सारे। गुरबानी कहे सेवक जन माने, परतख गुरु निस्तारे। आयो सुनन पढ़न को वाणी, आयो सुनन पढ़न को वाणी। आयो सुनन पढ़न को वाणी, आयो सुनन पढ़न को वाणी। बोलो आयो आयो सुनन पढ़न को वाणी, आयो सुनन पढ़न को वाणी। पढ़न को वाणी, आयो सुनन पढ़न को वाणी। नाम विसार लगे अन लालच, नाम विसार लगे अन लालच। नाम विसार लगे अन लालच। नाम विसार लगे अन लालच। बिरथा जन्म पराणी, बिरथा जन्म पराणी। आयो सुनन पढ़न को वाणी, आयो सुनन पढ़न को वाणी। आयो सुनन पढ़न को वाणी,
भैणा बोलो आयो सुन। समझ अचेत चेत मन मेरे, समझ अचेत चेत मन मेरे, समझ अचेत चेत मन मेरे, समझ अचेत चेत मन मेरे। कथी संतन कथ कहानी, कथी संतन कथ कहानी, आयो सुनन पढ़न को पानी, आयो सुनन पढ़न को पानी, सुनन पढ़न को पानी, आयो सुनन पढ़न को पानी। बोलो सारे बोलो आयो सुन। सतनाम वाहिगुरु, 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 सतनाम वाहिगुरु। आयो सुनन पढ़न को वाणी, आयो सुनन पढ़न को वाणी, आयो सुनन पढ़न को वाणी, आयो सुनन पढ़न को वाणी। बोलो भैणा बोलो आयो सुन। लाभ ले हो हर हृदय आराधो, छुटके आवन जानी, उत्तम शक्त सियानप तुमरी देता नाम बखानी, सेई भगत भगत से लागे, नानक जो प्रभु पाणी, नानक जो प्रभु पाणी, आयो सुनन पढ़न को पानी, आयो सुनन पढ़न को पाणी, आयो सुनन पढ़न को पानी, आयो सुनन पढ़न को पानी। बोलो आयो सुन। वाह वाह वाहिगुरु 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 जोड़ के
आयो सुनन पढ़न को बाणी 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 अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो आयो सुनन पढ़न को बाणी आवो सिख सतगुर के प्यारे गावो सच्ची बोलो जी गावो सच्ची बाणी बाणी ता गावो गुरु केरी बाणिया बाणी जिनको नदर करम होवे जिनको नदर करम होवे जिनको नदर जिनको नदर करम होवे हृदय तिना समाणी पीवो अमृत सदर हर रंग जप्यो सारंग पानी कहे नानक सदा गावो एह सच्ची बाणी एह सच्ची बाणी आयो पढ़न पढ़न को आयो सुनन पढ़न को बाणी आयो सुनन पढ़न को बोलो बोलो संगत बोलो जी आयो वाह वाह सारे आयो सुनन पढ़न को आयो सुनन पढ़न को बाणी वाहे गुरु सगज में सारी आयो सोनन पढ़न को बाणी आयो सुनन पढ़न को बाणी आयो सुनन पढ़न को बाणी आयो सुनन पढ़न को
ਪੜਨ ਕੋ ਬਾਣੀ। ਸਾਰੀ ਸੰਗਤ ਗੁਰੂਆਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਦੀ ਜੋਤ ਹਾਜ਼ਰਾ ਹਜੂਰ, ਕਲਯੁਗ ਦੇ ਬਹੁਤ ਗੁਰਤਾ ਗੱਦੀ ਦੇ ਮਾਲਕ ਸਾਡੇ ਇਸ ਵੇਲੇ ਮੌਜੂਦ ਨੇ, ਜਿਨ੍ਹਾਂ ਦੇ ਪਹਿਲੇ ਪ੍ਰਕਾਸ਼ ਪੁਰਬ ਵਾਲਾ ਕੱਲ ਦਿਹਾੜਾ ਏ। ਆਪਾਂ ਸਾਰੇ ਬੜੇ ਚਾਅ ਨਾਲ ਮਨਾ ਰਹੇ ਹਾਂ। ਉਹਨਾਂ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਰਸਨਾ ਪਿੱਤਰ ਕਰੋ, ਗੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ। ਮੁੜ ਆਖੋ ਸਾਰੇ ਸਤਨਾਮ ਸ਼ਿਵਾਏ। ਬੜੀ ਮਾਣ ਵਾਲੀ ਗੱਲ ਏ। ਸੰਗਤ ਜੀ, ਕਿਸੇ ਦਾ ਪਿਓ ਘਰ ਆਂਦਾ, ਉਹ ਸੋਚਦਾ ਬੱਚਿਆਂ ਵਾਸਤੇ ਫਰੂਟ ਲੈ ਜਾਵਾਂ। ਕਿਸੇ ਦਾ ਪਿਓ ਘਰ ਜਾਂਦਾ, ਕਹਿੰਦਾ ਬੱਚਿਆਂ ਵਾਸਤੇ ਕੱਪੜੇ ਲੈ ਜਾਵਾਂ। ਕਿਸੇ ਦਾ ਪਿਓ ਘਰ ਜਾਂਦਾ, ਕਹਿੰਦਾ ਬੱਚਿਆਂ ਵਾਸਤੇ ਮਠਿਆਈ ਲੈ ਜਾਵਾਂ, ਚੋਕਲੇਟਾਂ ਲੈ ਜਾਵਾਂ। ਪਰ ਮਾਣ ਕਰੋ, ਸਾਡੇ ਪਿਤਾ ਗੁਰੂ ਨਾਨਕ ਜੀ ਸਾਡੇ ਵਾਸਤੇ ਪਤਾ ਕੀ ਲਿਆਏ? ਧੁਰ ਦਰਗਾਹ ਤੋਂ ਧੁਰ ਕੀ ਬਾਣੀ ਲੈ ਕੇ ਆਏ। ਆਖੋ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਿੱਖਾ ਤੇਰੀ ਕੋਈ ਚਿੰਤਾ ਕੋਈ ਦੁੱਖ ਏ, ਸੱਜੇ ਖੱਬੇ ਨਾ ਭਟਕੀ, ਬਾਣੀ ਪੜੀ, ਤੇਰੀਆਂ ਸਾਰੀਆਂ ਹੀ ਚਿੰਤਾਵਾਂ ਮੁੱਕ ਜਾਣਗੀਆਂ। ਔਰ ਇਹ ਅਸਲੀਅਤ ਏ। ਧਿਆਨ ਦਿਓ ਜਿੰਨੇ ਬੈਠੇ ਹੋ, ਬਾਣੀ ਸਾਰੇ ਦੁੱਖ ਦੂਰ ਕਰਦੀ ਏ। ਬਾਣੀ ਸਾਰੀਆਂ ਹੀ ਚਿੰਤਾਵਾਂ ਦਾ ਨਾਸ਼ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਪ੍ਰਕਾਸ਼ਮਾਨ ਕੀਤਾ, ਜਿਹੜਾ ਕੱਲ ਪੁਰਬ ਮਨਾ ਰਹੇ ਹਾਂ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਬਾਣੀ ਨੂੰ ਗੁਰਿਆਈ ਦੇ ਦਿੱਤੀ। ਆਖੋ ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਤੂੰ ਬਾਣੀ ਪੜ, ਬਾਣੀ ਦਾ ਪੱਲਾ ਫੜ। ਛੋਟੀ ਚਿੰਤਾ ਵੱਡੀ ਚਿੰਤਾ ਸਾਰੀਆਂ ਹੀ ਦੂਰ ਹੁੰਦੀਆਂ। ਹੁਣ ਗੌਰ ਕਰਿਓ, यूपी ਵਿੱਚ ਇੱਕ ਸ਼ਹਿਰ ਹੈ ਇਲਾਹਾਬਾਦ। ਹੁਣ ਉਹਦਾ ਨਾਂ ਰੱਖਤਾ ਉਹਨਾਂ ਨੇ ਪ੍ਰਯਾਗਰਾਜ, ਨਾਮ ਚੇਂਜ ਹੋ ਗਿਆ ਹੁਣ। ਉੱਥੇ ਗੁਰਦੁਆਰਾ ਪੱਕੀ ਸੰਗਤ ਹੈ, ਕਿਉਂਕਿ ਉਹ ਜਿਹੜਾ ਇਲਾਕਾ ਇਲਾਹਾਬਾਦ ਦਾ, ਉੱਥੇ ਤ੍ਰਿਵੈਣੀ ਵਗਦੀ ਹੈ। ਤਿੰਨਾਂ ਨਦੀਆਂ ਦਾ ਸੰਗਮ ਹੈ, ਗੰਗਾ ਜਮਨਾ ਸੁਰਸਤੀ ਦਾ। ਤ੍ਰਿਵੈਣੀ ਵਗਦੀ ਏ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪਟਨੇ ਜਾ ਰਹੇ ਸਨ, ਉੱਥੇ ਚਰਨ ਪਾਏ ਸਨ। ਜਿੱਥੇ ਅੱਜ ਗੁਰਦੁਆਰਾ ਹੈ, ਉੱਥੇ ਸਿੱਖ ਦੇ ਘਰ ਠਹਿਰੇ ਤੇ 6 ਮਹੀਨੇ ਮਹਾਰਾਜ ਠਹਿਰੇ। ਹੁਣ ਗੌਰ ਕਰਿਓ, ਜਦੋਂ ਮਹਾਰਾਜ ਉੱਥੇ 6 ਮਹੀਨੇ ਠਹਿਰੇ, ਮਾਤਾ ਨਾਨਕੀ ਜੀ 6ਵੇਂ ਪਾਤਸ਼ਾਹੀ ਦੇ ਘਰੋਂ, ਆਖੋ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਉਹਨਾਂ ਨੇ, ਇਹ ਬੜੀ ਕੀਮਤੀ ਬਚਨ ਜਿਹੜਾ ਮੈਂ ਕਰ ਰਿਹਾ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਤਿਗੁਰੂ ਜਾਣ ਕੇ ਬੇਨਤੀ ਕੀਤੀ। ਕਹਿੰਦੇ ਪਾਤਸ਼ਾਹ
ਛੇਵੇਂ ਪਾਤਸ਼ਾਹ ਜੀ ਨੇ ਮੈਨੂੰ ਬਚਨ ਕੀਤਾ ਸੀ ਵੀ ਤੁਹਾਡੇ ਘਰ ਬੜਾ ਮਹਾਬਲੀ ਯੋਧਾ ਪੁੱਤਰ ਪੈਦਾ ਹੋਏਗਾ। ਆਖੋ ਪੋਤਰਾ ਪੈਦਾ ਹੋਏਗਾ ਤੁਹਾਡੇ ਘਰ। ਕਿਹਦੇ ਬਾਰੇ ਇਸ਼ਾਰਾ ਸੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਰੇ। ਮਾਤਾ ਨਾਨਕੀ ਜੀ ਕਹਿੰਦੇ ਮੈਨੂੰ ਛੇਵੇਂ ਮਹਾਰਾਜ ਜੀ ਨੇ ਕਿਹਾ ਸੀ ਵੀ ਤੁਹਾਡੇ ਘਰ ਮਹਾਬਲੀ ਯੋਧਾ ਐਸਾ ਪੋਤਰਾ ਜਨਮ ਲਏਗਾ ਜਿਹੜੇ ਦੁਸ਼ਮਣਾਂ ਦੇ ਆਹੂ ਲਾਏਗਾ। ਤੇ ਮਾਤਾ ਨਾਨਕੀ ਜੀ ਕਹਿੰਦੇ ਪਾਤਸ਼ਾਹ ਹੁਣ ਤੇ ਮੈਂ ਬਿਰਧ ਹੋ ਗਈ ਆ, ਬੁੱਢੀ ਹੋ ਗਈ ਆ, ਮੈਂ ਆਪਣੇ ਪੋਤਰੇ ਦਾ ਮੂੰਹ ਕਦੋਂ ਵੇਖਾਂਗੀ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਦੇ ਪਏ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਜੀ ਆਹ ਗੱਲ ਏ? ਕਹਿੰਦੇ ਹਾਂ। ਤੇ ਹੁਣ ਸੁਣਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਜੀ ਫਿਰ ਇੱਕ ਕੰਮ ਕਰੋ, ਜਿੱਥੇ ਆਪਾਂ ਬੈਠੇ ਆ ਇੱਥੇ ਖੰਡ ਪਾਠ ਸਾਹਿਬ ਕਰਾਓ ਗੁਰੂ ਗ੍ਰੰਥ ਸਾਹਿਬ ਜੀ ਦਾ। ਆਖੋ ਸਾਰੇ ਆਖੋ ਜੀ। ਬਾਣੀ ਦੇ ਅਖੰਡ ਜਾਪ ਹੋਣਗੇ। ਔਰ ਇਹ ਉਹ ਸਮਾਂ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜੇ ਗੁਰਿਆਈ ਨਹੀਂ ਸੀ ਮਿਲੀ, ਹਜੇ ਪੋਥੀ ਪਰਮੇਸ਼ਰ ਕਾ ਥਾਨ ਸੀ, ਪ੍ਰਕਾਸ਼ ਹੋ ਗਿਆ ਹੋਇਆ ਸੀ, ਪਹਿਲਾਂ ਗੁਰਿਆਈ ਨਹੀਂ ਸੀ ਮਿਲੀ। ਹੁਣ ਇਹ ਇਤਿਹਾਸਕ ਜ਼ਿਕਰ, ਇਤਿਹਾਸਕ ਸਾਖੀ ਅੱਜ ਉੱਥੇ ਗੁਰਦੁਆਰਾ ਮੌਜੂਦ ਹੈ। ਸੰਗਤ ਜੀ ਧਿਆਨ ਦਿਓ। ਕਈ ਇਹ ਵੀ ਕਹਿ ਦਿੰਦੇ ਆ ਜੀ ਅਖੰਡ ਪਾਠ ਸਾਹਿਬ ਕਿਉਂ ਕਰਾਉਂਦੇ, ਐਵੇਂ ਇੰਨੇ ਅਖੰਡ ਪਾਠ ਸਾਹਿਬ ਕਰਾਉਂਦੇ, ਕਿੱਥੇ ਲਿਖਿਆ ਅਖੰਡ ਪਾਠ ਸਾਹਿਬ? ਇਹ ਪਹਿਲਾ ਅਖੰਡ ਪਾਠ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਲਾਹਾਬਾਦ ਦੀ ਧਰਤੀ ਤੇ ਕਰਾਇਆ। ਤੇ ਸੰਗਤ ਜੀ ਸੁਣਿਓ, 5 ਪਾਠੀ ਲੱਗੇ। ਉਹ 5 ਪਾਠੀ ਪਤਾ ਕਿਹੜੇ ਸਨ? ਇੱਕ ਵਾਰੀ ਸਾਰੇ ਹੱਥ ਜੋੜੋ ਤੇ ਆਖੋ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ। ਤੀਸਰੇ ਪਾਠੀ ਸਨ ਭਾਈ ਦਿਆਲਾ ਜੀ। ਚੌਥੇ ਪਾਠੀ ਸਨ ਭਾਈ ਗੁਰਬਖਸ਼ ਜੀ। ਤੇ ਪੰਜਵੇਂ ਪਾਠੀ ਸਨ ਬਾਬਾ ਗੁਰਦਿੱਤਾ ਜੀ। ਇਹ 5 ਪਾਠੀਆਂ ਦੀ ਡਿਊਟੀ ਲਾਈ ਵੀ ਤੁਸੀਂ ਸਾਰੀ ਬਾਣੀ ਦਾ ਅਖੰਡ ਪਾਠ ਸਾਹਿਬ ਕਰਨਾ ਹੈ। ਤੇ ਸੰਗਤ ਜੀ ਅਗਲੀ ਗੱਲ ਸੁਣਿਓ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੁਸੀਂ ਸਾਰੀ ਬਾਣੀ ਸਰਵਣ ਕਰਨੀ ਹੈ। ਆਖੋ 5 ਪਾਠੀ ਲਾਏ ਅਖੰਡ ਪਾਠ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਵਾਰੋ ਵਾਰੀ ਵੀ ਇੱਕ ਉੱਠੇ ਤੇ ਦੂਜਾ ਬਹਿ ਜੇ, ਦੂਜਾ ਉੱਠੇ। ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮਾਤਾ ਗੁਜਰੀ ਜੀ, ਉਹਨਾਂ ਨੂੰ ਹੁਕਮ ਕੀਤਾ ਵੀ ਤੁਸੀਂ ਸਾਰਾ ਪਾਠ ਸਰਵਣ ਕਰਨਾ ਹੈ। ਅਖੰਡ ਪਾਠ ਸਾਹਿਬ ਦੀ ਮਰਿਆਦਾ ਏ। ਤੇ ਸਾਧ ਸੰਗਤ ਕਹਿੰਦੇ ਹੁਣ ਕਮਾਈ ਵਾਲੇ ਰੰਗੇ ਹੋਏ ਜੁੜੀਆਂ ਰੂਹਾਂ, ਭਾਈ ਮਤੀ ਦਾਸ ਜੀ ਕੋਈ ਘੱਟ ਨੇ, ਭਾਈ ਸਤੀ ਦਾਸ, ਭਾਈ ਦਿਆਲਾ, ਬਾਬਾ ਗੁਰਦਿੱਤਾ ਜੀ, ਭਾਈ ਗੁਰਬਖਸ਼ ਜੀ। ਕਹਿੰਦੇ ਜਦੋਂ ਇਹਨਾਂ ਜੁੜੀਆਂ ਰੂਹਾਂ ਨੇ ਅਖੰਡ ਪਾਠ ਸਾਹਿਬ ਕੀਤਾ, ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਸਰਵਣ ਕੀਤਾ। ਤੇ ਕਹਿੰਦੇ ਹੁਣ ਉੱਥੇ ਅਖੰਡ ਪਾਠ ਸਾਹਿਬ ਹੋਇਆ ਇਲਾਹਾਬਾਦ। ਫਿਰ ਉੱਥੇ ਅਖੰਡ ਪਾਠ ਸਾਹਿਬ ਕਰਾ ਕੇ ਮਹਾਰਾਜ ਜੀ ਪਟਨੇ ਚਲੇ ਗਏ। ਤੇ ਫਿਰ ਤੁਹਾਨੂੰ ਪਤਾ ਪਟਨਾ ਸਾਹਿਬ ਕਿਰਪਾ ਵਰਤੀ, ਤਈ ਪ੍ਰਕਾਸ਼ ਬੋਲੋ ਸਾਰੇ, ਤਈ ਪ੍ਰਕਾਸ਼ ਪਟਨਾ ਸ਼ਹਿਰ। ਪੁੱਤਰ ਦੀ ਭਾਵਨਾ ਦੇ ਨਾਲ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਵੀ ਮੇਰੇ ਘਰ ਪੋਤਰਾ ਹੋਵੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਦੇ ਨਾਲ ਜੋੜਿਆ ਵੀ ਬਾਣੀ ਪੜੋ ਤੇ ਬਾਣੀ ਸੁਣੋ। ਆਖੋ ਫਿਰ ਕਿਰਪਾ ਹੋਏਗੀ। ਔਰ ਇਸ ਲਈ ਤੇ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਜੋ ਮੰਗੇ ਉਹਦੀ ਝੋਲੀ ਭਰੀ ਏ। ਆਖੋ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਤੇ ਇੱਥੋਂ ਤੱਕ ਕਹਿੰਦੇ ਸਨ, ਕਹਿੰਦੇ ਜਿਹਦੀ ਝੋਲੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹਦੀ ਪੂਰੀ ਨਹੀਂ ਨਾ ਪਈ, ਉਹ ਕਿਤੇ ਚਲਾ ਜਾਏ ਉਹਦੀ ਪੂਰੀ ਪੈ ਹੀ ਨਹੀਂ ਸਕਦੀ। ਆਖੋ ਸਾਰੇ ਆਖੋ ਜੀ। ਇਸ ਕਰਕੇ ਜਿੰਨੇ ਬੈਠੇ ਬਾਣੀ ਦਾ ਆਸਰਾ ਫੜੀਏ, ਬਾਣੀ ਦਾ ਪੱਲਾ ਫੜੀਏ। ਆਪਣੇ ਮਨ ਨੂੰ ਕਹੋ ਸਾਰੇ ਜੀ ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ, ਆਇਓ ਸੁਣਨ ਪੜਨ ਕੋ ਬਾਣੀ। ਬੋਲੋ ਭੈਣਾ ਬੋਲੋ।
वाह वाह। आयो सुनन पढ़न को पारी, आयो सुनन पढ़न को पारी। वाह वाह। वाहिगुरु 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 वाहिगुरु। वाहिगुरु 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 वाहिगुरु। सारे नीचे जप रहे। वाहिगुरु 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 वाहिगुरु। संगत बोलो। सारी संगत आयो सुनन पढ़न को पारी, आयो सुनन पढ़न को बाणी। आयो सुनन पढ़न को पारी, आयो सुनन पढ़न को बानी। संगत जी गुरुआं दे गुरु ने श्री गुरु ग्रंथ साहिब जी महाराज। 1914 का जिक्र है। पढ़े लिखी संगत सारे बैठे हो। तुहानू पता 1914 विच इंग्लैंड ते जर्मन की लड़ाई हुई सी शुरू। जिद्दां आपां हुण वेखदे आ ना रूस ते दूजी कंट्री जिहड़ी लड़ रही है यूक्रेन। 1914 इंग्लैंड ते जर्मन की कहंदे जंग छिड़ गई ते इंग्लैंड चाहता नहीं सी भी लड़ाई लड़ी जावे, पर कहंदे जर्मन दियां वधीकियां इहो जिहियां हो गईयां भी ना चाहते होया भी इंग्लैंड नूं लड़ाई लड़नी पै गई। ते कहंदे हुण जदों जंग शुरू हो गई ये समझ लो गले पै गई। ते कहंदे इंग्लैंड ने फिर बाकी तैयारी ते कर ली सारी। ते जंग दा एक पहलू हुंदा है जिहड़ी सियाणी धिर हुंदी है ना वो भावें सारियां तैयारियां कर लवे। सुनियो जिहड़ी सियाणी धिर होएगी भावें सारियां तैयारियां कर लवे, पर उन्हों ये भी पता हुंदा है भी लड़ाई मैं नहीं जित सकदा जिन्नी देर परमेश्वर वल ना होवे। आखो जिहड़ी सियाणी धिर है वो हमेशा रब दा उल्टा आसरा तकेगी भी नाल भगती दा आसरा लईए, रब दा आसरा लईए। हुण तुसीं पढ़े लिखे सियाणे बैठे हो, मैनूं एक गल दसो, तुहाडे जो किसी ने फैक्ट्री का मुहूर्त करना है तुसीं पहले जगह भी ले लैंदे हो, जिहड़ी मशीनरी लानी हुंदी है फैक्ट्री वो भी खरीद लैंदे हो या लोन ले लिया। फिर जिहड़ी चीज़ बनानी है तुहानूं ओहदी भी समझ है, जिथे बेचनी वो भी समझ है। सारी तैयारी कर ली, बिल्डिंग बना ली, मशीनरी ला ली, कच्चा माल ले लिया। सारा कुछ करन तो बाद जिहड़ी गुरमुख खातम है वो कहेगी हुण मैं पहले अखंड पाठ साहब करावां। आखो जे अखंड पाठ साहब नहीं तो सुखमणी साहब का पाठ होवे, कीर्तन होवे, कथा होवे, अरदास होवे, फिर काम शुरू करना फैक्ट्री नूं।
नहीं तो बंदा कहता है कि तू बिल्डिंग ते बना ली, मशीनरी ते ला ली, कच्चा माल ते पा लिया, सारा कुछ ते कर लिया, लेबर भी आ गई है, जिथे माल वेचना उन्हां नाल भी गल कर ली, सारी तैयारी कर लईए, हुण बाणी दा ओट आसरा क्यों लेना? ते गुरमुख रूह पता की कहंदी है भी जो मैं कर सकदा सां कर लिता है, पर मेरे कीते उत्ते मोर गुरु नानक दी मेहर ने लाउणी है। आखो वाहिगुरू लख खुशियां पातशाहियां जे सतगुर नदर करे। भी काम ते ओदी मेहर ने करना है। ਤੁਸੀਂ ਰਿਸ਼ਤਾ ਵੇਖਦੇ ਹੋ, ਭਾਵੇਂ ਮੁੰਡੇ ਦਾ ਭਾਵੇਂ ਕੁੜੀ ਦਾ, ਤੁਹਾਨੂੰ ਕੋਈ ਸੱਦ ਪਾਉਂਦਾ, ਤੁਸੀਂ ਕਹਿੰਦੇ ਮੇਰੀ ਕੁੜੀ ਵਾਸਤੇ ਖਿਆਲ ਰੱਖੀ, ਤੁਹਾਨੂੰ ਕੋਈ ਰਿਸ਼ਤਾ ਦੱਸਦਾ ਜੀ ਲੁਧਿਆਣੇ ਦਾ ਮੁੰਡਾ ਹੈ, ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਹੋ ਨਾ ਜੀ, ਆਹ ਐਡਰੈਸ ਹੈ, ਆਹ ਮੁੰਡਾ ਹੈ, ਥੋੜੀ ਇਨਕੁਆਇਰੀ ਕਰਾਓ, ਸਾਨੂੰ ਕਿਸੇ ਨੇ ਇਹ ਮੁੰਡੇ ਬਾਰੇ ਦੱਸਿਆ, ਉਹ ਤੁਹਾਡੇ ਸੱਜਣ ਮਿੱਤਰ ਰਿਸ਼ਤੇਦਾਰ ਇਨਕੁਆਇਰੀ ਕਰਾਉਂਦੇ ਨੇ, ਦੱਸਦੇ ਨੇ ਯੈਸ ਜਾਂ ਨੋ। ਜੇ ਨਾ ਕਰ ਦੇਣ ਫਿਰ ਤੇ ਗੱਲ ਖਤਮ, ਜੇ ਹਾਂ ਕਰ ਦੇਣ ਫਿਰ ਤੁਸੀਂ ਵੇਖ ਵਿਖਾ ਕਰਦੇ ਹੋ, ਫਿਰ ਉਹ ਵੀ ਪਾਸ ਹੋ ਜਾਂਦਾ ਹੈ। ਹੁਣ ਠਾਕਾ ਲੱਗ ਗਿਆ, ਰੋਕਾ ਲੱਗ ਗਿਆ, ਹੁਣ ਵਿਆਹ ਦੀ ਤਿਆਰੀ 6 ਮਹੀਨੇ ਤੁਸੀਂ ਲੱਲੇ, 6 ਮਹੀਨੇ 'ਚ ਤੁਸੀਂ ਰਕਮ ਦਾ ਅਰੇਂਜਮੈਂਟ ਕਰ ਲਿਆ, ਹਾਲ ਬੁੱਕ ਕਰ ਲਿਆ ਜਿੱਥੇ ਵਿਆਹ ਕਰਨਾ ਹੈ, ਹਲਵਾਈ ਬੁੱਕ ਕਰ ਲਏ, ਕੱਪੜਿਆਂ ਦੀ ਤਿਆਰੀ ਕਰ ਲਈ, ਮਠਿਆਈ ਬਣਾ ਲਈ, ਮੈਨੂ ਬਣਾ ਲਿਆ, ਸਾਰਾ ਕੁਝ ਫਾਈਨਲ ਹੋ ਗਿਆ। ਤੇ ਹੁਣ ਸਾਰਾ ਕੁਝ ਫਾਈਨਲ ਕਰਨ ਤੋਂ ਬਾਅਦ ਜਿਹੜਾ ਗੁਰਮੁਖ ਪਰਿਵਾਰ ਏ ਉਹ 10-15 ਦਿਨ ਪਹਿਲੇ ਕਹੇਗਾ ਹੁਣ ਘਰ ਅਖੰਡ ਪਾਠ ਸਾਹਿਬ ਕਰਾਉਣਾ ਹੈ। ਆਖੋ ਸਾਰੇ ਆਖੋ ਜੀ। ਤੇ ਕੋਈ ਦੂਜਾ ਪੁੱਛਦਾ ਹੈ, ਮੁੰਡਾ ਚੈੱਕ ਕਰ ਲਿਆ, ਇਨਕੁਆਇਰੀ ਕਰਾ ਕੇ ਲਈ, ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਹਾਲ ਬੁੱਕ ਕਰ ਲਿਆ, ਹਲਵਾਈ ਕਰ ਲਏ, ਕੱਪੜੇ ਬਣਾ ਲਏ, ਗਹਿਣੇ ਬਣਾ ਲਏ, ਰੋਟੀਆਂ ਸਬਜ਼ੀਆਂ ਜੋ ਬਣਾਉਣੀਆਂ ਉਹ ਵੀ ਸੋਚ ਲਈਆਂ, ਸਾਰਾ ਕੁਝ ਤੇ ਕਰ ਲਿਆ। ਹੁਣ ਅਖੰਡ ਪਾਠ ਸਾਹਿਬ ਕਿਉਂ, ਕੀਰਤਨ ਕਿਉਂ? ਤੇ ਜਿਹੜਾ ਗੁਰਮੁਖ ਆਤਮਾ ਕਹੇਗੀ ਜੋ ਮੈਂ ਕਰ ਸਕਦਾ ਸਾਂ ਕਰ ਲਿਆ, ਪਰ ਮੇਰੇ ਸਾਰੇ ਕੀਤੇ ਤੇ ਉਦੋਂ ਕਿਰਪਾ ਹੋਣੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾ ਦੇਣਗੇ। ਆਖੋ ਸਾਰੇ ਆਖੋ ਜੀ। ਗੁਰੂ ਦੀ ਕਿਰਪਾ ਤੋਂ ਬਿਨਾਂ ਕੰਮ ਨਹੀਂ ਹੁੰਦਾ। ਹੁਣ ਧਿਆਨ ਦੇਣਾ, ਜਿਹੜੀ ਗੱਲ ਮੈਂ ਕਹਿਣੀ ਚਾਹ ਰਿਹਾ ਸਾਂ, ਉਹ ਇੰਗਲੈਂਡ ਵਾਲਿਆਂ ਨੇ ਮੀਟਿੰਗ ਕੀਤੀ, ਜਿਹੜੇ ਉੱਪਰਲੇ ਪ੍ਰਬੰਧਕ ਸਨ ਮੈਨੇਜਮੈਂਟ ਵਾਲੇ, ਉਹਨਾਂ ਨੇ ਮੀਟਿੰਗ ਕੀਤੀ ਵੀ ਜੰਗ ਲੱਗ ਗਈ ਏ ਤੇ ਕਿਹਦਾ ਪਰਮੇਸ਼ਰ ਦਾ ਆਸਰਾ ਲਈਏ ਤੇ ਕਿਵੇਂ ਆਸਰਾ ਲਈਏ ਪਰਮੇਸ਼ਰ ਦਾ। ਹਫ਼ਤੇ ਦੀ ਰਿਸਰਚ ਤੋਂ ਬਾਅਦ, ਸੁਣਿਓ ਹੁਣ, ਸਾਰੀ ਰਿਸਰਚ ਤੋਂ ਬਾਅਦ, ਇਹ ਉਹ ਸਮਾਂ ਸੀ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਉਦੋਂ ਕਹਿੰਦੇ 70 ਪੈਸੇ ਦੁਨੀਆ ਤੇ ਅੰਗਰੇਜ਼ਾਂ ਦਾ ਰਾਜ ਸੀ। ਆਖੋ ਜਿੰਨੀ ਧਰਤੀ ਹੈ ਨਾ, ਜਿੰਨੀ ਦੁਨੀਆ, ਆਪਾਂ ਵੀ ਉਦੋਂ ਗੁਲਾਮ ਸਾਂ। 1914 ਵਿੱਚ ਹਿੰਦੁਸਤਾਨ ਵੀ ਗੁਲਾਮ ਸੀ। ਤੇ ਇਹ ਕਹਾਵਤ ਮਸ਼ਹੂਰ ਵੱਜਦੀ ਸੀ ਉਦੋਂ ਵੀ, ਅੰਗਰੇਜ਼ਾਂ ਦੇ ਰਾਜ 'ਚ ਸੂਰਜ ਡੁੱਬਦਾ ਹੀ ਨਹੀਂ ਹੈਗਾ, ਵੀ ਜੇ ਇੱਧਰ ਡੁੱਬਿਆ ਹੋਇਆ ਤੇ ਉੱਧਰ ਚੜਿਆ, ਜੇ ਉੱਧਰ ਡੁੱਬਿਆ ਤੇ ਇੱਧਰ ਚੜਿਆ ਹੋਇਆ। ਆਖੋ 70 ਪੈਸੇ ਧਰਤੀ ਤੇ ਅੰਗਰੇਜ਼ਾਂ ਦਾ ਉਦੋਂ ਰਾਜ ਸੀ। ਤੇ ਉਹਨਾਂ ਨੇ ਇੱਕ ਹਫ਼ਤਾ ਸਾਰੀ ਰਿਸਰਚ ਕੀਤੀ, ਸਰਵੇ ਕੀਤਾ ਕਿ ਕਿਹਦਾ ਓਟ ਆਸਰਾ ਲਈਏ, ਭਗਵਾਨ ਕਿਹਦੇ ਅੱਗੇ ਬੇਨਤੀ ਕਰੀਏ ਵੀ ਸਾਡੀ ਜੰਗ 'ਚ ਜਿੱਤ ਹੋਵੇ। ਤੇ ਹੁਣ ਮਾਣ ਨਾਲ ਸੁਣਿਓ ਤੇ ਇੱਕ ਜਕਾਰਾ ਲਾਇਓ। ਕਹਿੰਦੇ ਜਦੋਂ ਹਫ਼ਤੇ ਬਾਅਦ ਦੁਬਾਰਾ ਮੀਟਿੰਗ ਬੈਠੀ ਤੇ ਤੱਤ ਪਤਾ ਕੀ ਕੱਢਿਆ, ਸਰਚ ਉਹਨਾਂ ਨੇ ਕੀ ਕੀਤੀ ਵੀ ਸਾਰੀ ਧਰਤੀ ਤੇ ਇੱਕੋ ਪਵਿੱਤਰ ਸਥਾਨ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ। ਤੇ ਹਰਮੰਦਰ ਸਾਹਿਬ ਦੀ ਧਰਤੀ ਤੇ ਪਿਛਲੇ ਪਾਸੇ ਜਿਹੜਾ ਹਰ ਕੀ ਪੌੜੀ ਉੱਪਰ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਜਿੱਥੋਂ ਚੁੱਲ੍ਹਾ ਲੈਂਦੇ ਉਹਦੇ ਨਾਲ ਪੌੜੀਆਂ ਚੜ੍ਹਦੀਆਂ, ਤੇ ਕਹਿੰਦੇ ਵੀ ਅਸੀਂ ਤੱਤ ਕੱਢਿਆ ਵੀ ਸਭ ਤੋਂ ਪਵਿੱਤਰ ਥਾਂ ਹਰਮੰਦਰ ਸਾਹਿਬ ਦੀ ਧਰਤੀ ਏ, ਤੇ ਜੇ ਓਟ ਆਸਰਾ ਲੈਣਾ ਜੰਗ ਜਿੱਤਣ ਵਾਸਤੇ ਤੇ ਹਰਮੰਦਰ ਦੀ ਧਰਤੀ ਦੇ ਉੱਤੇ ਹਰ ਕੀ ਪੌੜੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਕਰਵਾਏ ਜਾਣ। ਆਖੋ ਹੁਣ ਸੁਣਿਓ। ਤੇ ਉਹਨਾਂ ਨੇ ਕਿਹਾ ਜੀ ਜੇ ਖੰਡ ਪਾਠ ਸਾਹਿਬ ਸਾਡੀ ਜਿੱਤ ਦੇ ਹੋ ਗਏ ਤੇ ਸਾਨੂੰ ਕੋਈ ਮਾਈ ਦਾ ਲਾਲ ਹਰਾ ਨਹੀਂ ਸਕਦਾ। ਤੇ ਇਤਿਹਾਸ ਨੋਟ ਕਰ ਲਓ, 1914 ਦੀ ਦਸੰਬਰ ਦੇ ਵਿੱਚ ਇਹ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵੀ ਬੋਲਦੇ ਹੈ
ਕਹਿੰਦੇ ਇੰਗਲੈਂਡ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਏ। ਜਿਹੜੇ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਉੱਪਰ ਦਰਬਾਰ ਸਾਹਿਬ ਜਾਂਦੇ ਹੋ, ਉੱਪਰ ਚੜ੍ਹ ਕੇ ਦਰਸ਼ਨ ਕਰਿਓ ਕਦੀ। ਤੇ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਇੱਧਰ ਸਿੰਘਾਂ ਨੂੰ ਪਤਾ ਲੱਗ ਗਿਆ, ਕਿਉਂਕਿ ਉਸ ਟਾਈਮ ਜਿਹੜੀਆਂ ਅੰਗਰੇਜ਼ਾਂ ਦੀ ਪਲਟਨ ਸੀ ਨਾ, ਇੰਗਲੈਂਡ ਦੀਆਂ ਪਲਟਨਾਂ ਵਿੱਚ ਕਈ ਸਿੱਖ ਪਲਟਨਾਂ ਵੀ ਹੈਗੀਆਂ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਅੰਗਰੇਜ਼ਾਂ ਨੇ ਆ ਜਿਹੜੀ ਜੰਗ ਅਸੀਂ ਲੜਦੇ ਪਏ ਆ, ਇਹਦੀ ਜਿੱਤ ਵਾਸਤੇ ਸਾਡੇ ਦਰਬਾਰ ਸਾਹਿਬ ਅਖੰਡ ਪਾਠ ਕਰਾਇਆ, ਕਹਿੰਦੇ ਸਿੰਘਾਂ ਅੰਦਰ ਨਾ ਜਾਨ ਫੂਕੀ ਗਈ। ਆਖੋ, ਉਹਨਾਂ ਦੇ ਡੋਲਿਆਂ 'ਚ ਐ ਖੁਸ਼ੀ ਦੌੜ ਪਈ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਇਆ। ਕਹਿੰਦੇ ਉਹਨਾਂ ਅੰਦਰ ਇੰਨਾ ਜਿੱਦਾਂ ਡੋਲੇ ਉਬਾਲੇ ਮਾਰਨ। ਤੇ 3 ਦਿਨ ਜੰਗ ਜਦੋਂ ਹੋਈ, ਇੱਧਰ 3 ਦਿਨ ਅਖੰਡ ਪਾਠ ਸਾਹਿਬ ਹੋਏ, ਉਧਰ 3 ਦਿਨ ਜੰਗ 'ਚ ਸਿੰਘਾਂ ਨੇ ਕਹਿੰਦੇ ਉਹ ਬਾਤ ਘਾਟ ਕੀਤੀ, ਜੰਗ 'ਚ ਉਹ ਜੋਹਰ ਦਿਖਾਏ ਜੋ ਚੜ ਗਿਆ ਸੀ ਉਹਨਾਂ ਨੂੰ। ਤੇ ਹੁਣ 3 ਦਿਨ ਵਿੱਚ ਕਿਸੇ ਵੀ ਜੰਗ ਦਾ ਫੈਸਲਾ ਨਹੀਂ ਹੁੰਦਾ, ਜੰਗਾਂ ਲੰਬੀਆਂ ਚੱਲਦੀਆਂ। ਕਹਿੰਦੇ ਅੰਦਰ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪਏ ਤੇ ਹੁਣ ਸੁਣਿਓ, ਦੁਬਾਰਾ ਮੀਟਿੰਗ ਬੈਠੀ ਤੇ ਉਹਨਾਂ ਨੇ ਨੋਟ ਪਤਾ ਕੀ ਕੀਤਾ, ਕਹਿੰਦੇ ਵੀ ਜਿੰਨੀ ਦੇਰ 3 ਦਿਨ ਬਾਣੀ ਚੱਲੀ ਹੈ ਨਾ, ਅਖੰਡ ਪਾਠ ਸਾਹਿਬ ਹੋਏ ਹੈ, ਸਾਡਾ ਨੁਕਸਾਨ, ਇੰਗਲੈਂਡ ਦਾ ਨੁਕਸਾਨ ਕੇਵਲ 4-5% ਹੋਇਆ ਹੈ। ਆਖੋ, ਤੇ 95-96% ਨੁਕਸਾਨ ਹੋਇਆ ਦੂਜੀ ਧਿਰ ਦਾ। ਆਖੋ, ਤੇ ਉਹ ਮੀਟਿੰਗ 'ਚ ਬੜੇ ਖੁਸ਼ ਹੋਏ ਵੀ ਜਿੰਨੀ ਦੇਰ ਪਾਠ ਚੱਲੇ ਸਾਡਾ ਨੁਕਸਾਨ 5 ਪੈਸੇ, ਅਗਲੇ ਦਾ ਨੁਕਸਾਨ 95 ਪੈਸੇ। ਤੇ ਉਹਨਾਂ ਨੇ ਮੀਟਿੰਗ 'ਚ ਮਤਾ ਪਾਸ ਕੀ ਕੀਤਾ ਵੀ ਜਿੰਨੀ ਦੇਰ ਜੰਗ ਚੱਲਦੀ ਰਹੇਗੀ ਓਨੀ ਦੇਰ ਹਰਮੰਦਰ ਸਾਹਿਬ ਸਾਡੇ ਵੱਲੋਂ ਅਖੰਡ ਪਾਠ ਸਾਹਿਬ ਹੁੰਦੇ ਰਹਿਣਗੇ। ਆਖੋ, ਸਤਿ ਸ੍ਰੀ ਅਕਾਲ। ਹੁਣ ਸਾਧ ਸੰਗਤ ਜੀ, 1914 ਦੀ ਦਸੰਬਰ ਤੋਂ ਹਰ ਕੀ ਪੌੜੀ ਤੇ ਅਖੰਡ ਪਾਠ ਸਾਹਿਬ ਇੰਗਲੈਂਡ ਵੱਲੋਂ ਹੋਇਆ। ਕਹਿੰਦੇ ਇੱਕ ਪਾਠ ਦੇ ਭੋਗ ਪੈਂਦੇ ਆ, ਦੂਜੇ ਸ਼ੁਰੂ ਹੋ ਜਾਂਦੇ ਆ ਨਾਲ, ਦੂਜੇ ਦੇ ਭੋਗ ਪੈਂਦੇ ਤੀਜੇ। 5 ਸਾਲ ਜੰਗ ਲੱਗੀ ਜੇ, 5 ਸਾਲ। ਆਖੋ, ਸਾਰੇ ਆਖੋ ਜੀ। 1914 ਤੋਂ ਲੈ ਕੇ 1919 ਤੱਕ ਜੰਗ ਚੱਲਦੀ ਰਹੀ ਏ। ਤੇ ਸਾਧ ਸੰਗਤ, ਉਸ ਜੰਗ ਦੇ ਵਿੱਚ ਜਿੱਤ ਕਿਹਦੀ ਹੋਈ? ਇੰਗਲੈਂਡ ਦੀ। ਆਖੋ, ਹੁਣ ਮੇਰਾ ਕੋਈ ਵਾਸਤਾ ਇੰਗਲੈਂਡ ਨਾਲ ਨਹੀਂ, ਮੇਰਾ ਕੋਈ ਵਾਸਤਾ ਜਰਮਨ ਨਾਲ ਨਹੀਂ। ਮੈਂ ਕੇਵਲ ਇੱਕ ਗੱਲ ਕਹਿਣੀ ਚਾਹਨਾ ਵਾਂ ਕਿ ਜਿੰਨੇ ਬਾਬੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ, ਜੰਗ ਵਿੱਚ ਜਿੱਤ ਉਹਦੀ ਹੋਈ। ਇੱਕ ਦਿਓ ਜਕਾਰਾ ਸੰਗਤ ਜੀ ਗੱਜ ਕੇ ਜੀ। ਸਤਿ ਸ੍ਰੀ ਅਕਾਲ। ਇਹ ਰਿਕਾਰਡ 'ਚ ਲਿਖਿਆ ਹੋਇਆ ਹੈ, ਸ਼੍ਰੋਮਣੀ ਕਮੇਟੀ ਦੇ ਰਿਕਾਰਡ 'ਚ ਲਿਖਿਆ ਕਿ 5 ਸਾਲ ਅਖੰਡ ਪਾਠ ਸਾਹਿਬ ਇੰਗਲੈਂਡ ਵੱਲੋਂ ਹੁੰਦੇ ਰਹੇ। ਤੇ ਕਹਿੰਦੇ ਗੁਰੂ ਬਾਬਾ ਜੀ ਦੀ ਕਿਰਪਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਆਖੋ, ਰੱਬ ਨੂੰ ਕਿੱਥੋਂ ਹਾਰਨ ਦੇ? ਜਿਨੇ ਬਾਣੀ ਦਾ ਓਟ ਆਸਰਾ ਲਿਆ, ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਤੁਸੀਂ ਮਨਾਉਂਦੇ ਪਏ ਹੋ, ਉਹ ਇੰਨੇ ਵੱਡੇ ਹੈ। ਆਖੋ, ਕੋਈ ਬਾਣੀ ਪੜ੍ਹੇ ਸਹੀ, ਬਾਣੀ ਨਾ ਮੁਮਕਿਨ ਨੂੰ ਵੀ ਮੁਮਕਿਨ ਕਰ ਦਿੰਦੀ ਏ। ਆਖੋ, ਅਸੰਭਵ ਨੂੰ ਵੀ ਸੰਭਵ ਕਰ ਦਿੰਦੀ ਏ। ਇੱਥੋਂ ਤੱਕ ਮੈਂ ਕਹਾਂ, ਜਿਹੜੇ ਲੇਖ ਸਾਡੇ ਕਰਮਾਂ 'ਚ ਨਹੀਂ ਲਿਖੇ, ਗੁਰਬਾਣੀ ਪੜ੍ਹਨ ਦੇ ਸਦਕੇ ਉਹ ਵੀ ਲਿਖੇ ਜਾਂਦੇ ਜੇ ਜੀ। ਆਖੋ, ਮੰਨ ਲਓ ਤੁਹਾਨੂੰ ਕੋਈ ਕਹਿ ਦਿੰਦਾ ਨਾ ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂ, ਬਾਣੀ ਉਹ ਵੀ ਲਿਖ ਦਿੰਦੀ ਏ। ਇੱਕ ਹੱਡ ਬੀਤੀ ਸੁਣਾ ਕੇ ਫਿਰ ਮੈਂ ਸਮਾਪਤੀ ਕਰਾਂ। ਸਾਡਾ ਅੰਮ੍ਰਿਤਸਰ ਦਾ ਇੱਕ ਪਰਿਵਾਰ ਸੀ, ਉਹ ਮਸੂਰੀ ਘੁੰਮਣ ਗਿਆ। ਲੋਕੀ ਜਾਂਦੇ ਨੇ ਨਾ, ਜਿਵੇਂ ਗਰਮੀਆਂ 'ਚ ਕੋਈ ਸ਼ਿਮਲੇ ਜਾਂਦਾ, ਕੋਈ ਮਸੂਰੀ, ਕੋਈ ਹੋਰ ਹਿੱਲ ਸਟੇਸ਼ਨ ਤੇ। ਅੱਜ ਕੱਲ੍ਹ ਲੋਕੀ ਬਾਹਰ ਜਾਣ ਲੱਗ ਪਏ ਜ਼ਿਆਦਾ। ਸੁਣਿਓ, ਇਹ ਪੁਰਾਣੀ ਗੱਲ ਹੈ, 20-25 ਸਾਲ ਪੁਰਾਣੀ। ਅੰਮ੍ਰਿਤਸਰ ਦਾ ਕੋਈ ਪਰਿਵਾਰ ਸੀ, ਉਹ ਘੁੰਮਣ ਗਿਆ ਮਸੂਰੀ। ਤੇ ਕੁਦਰਤੀ ਜਿਹੜੇ ਹੋਟਲ 'ਚੋਂ ਠਹਿਰੇ ਸਨ, ਉਹਦੇ ਬਿਲਕੁਲ ਸਾਹਮਣੇ ਨਾ ਇੱਕ ਸਿਆਣੇ ਦੀ ਦੁਕਾਨ ਸੀ। ਸਿਆਣਾ ਬੰਦਾ ਸਮਝਦੇ ਹੋ, ਜਿਹਨੂੰ ਆਮ ਭੈਣਾਂ ਕਹਿ ਦਿੰਦੀਆਂ ਨਾ, ਕੋਈ ਤੁਹਾਡੇ ਘਰ ਪੁੱਤਰ ਲੇਟ ਹੋ ਜਾਏ ਤੇ ਆਮ ਗੁਆਂਢਣਾ ਕਹਿ ਦੇਣਗੇ, ਆ ਮੈਂ ਤੈਨੂੰ ਫਲਾਣੇ ਸਿਆਣੇ ਕੋਲ ਲੈ ਕੇ ਜਾਵਾਂ। ਆਖੋ, ਕਦੀ ਸੱਜੇ ਖੱਬੇ ਕਿਤੇ ਨਾ ਜਾਇਆ ਕਰੋ। ਜੇ ਕੁਝ ਮੰਗਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੰਗੋ, ਤੁਹਾਨੂੰ ਦਿੰਦੇ ਹੀ ਦਿੰਦੇ ਆ। ਆਖੋ, ਹੁਣ ਸੁਣਿਓ, ਉਹ ਪਰਿਵਾਰ ਨੇ ਆਪ ਗੱਲ ਦੱਸੀ। ਕਹਿੰਦੇ ਅਸੀਂ ਹੋਟਲ 'ਚ ਠਹਿਰੇ
ਤੇ ਹੁਣ ਬੰਦਾ ਜਿਹੜਾ ਬਾਹਰ ਜਾਂਦਾ ਘੁੰਮਣ 2-4 ਵਾਰੀ ਹੋਟਲ ਚੋਂ ਬਾਹਰ ਵੀ ਜਾਂਦਾ, ਦੁਬਾਰਾ ਅੰਦਰ ਆਏ ਵੀ ਜਦੋਂ ਸਵੇਰੇ ਚੱਕਰ ਲਾ ਕੇ ਦੁਪਹਿਰੀ ਆ ਗਏ, ਫਿਰ ਸ਼ਾਮੀ ਫਿਰ ਨਿਕਲ ਕੇ ਫਿਰ ਆ ਗਏ। ਕਹਿੰਦੇ ਹਫਤਾ ਰਹਿਣਾ ਸੀ, 3-4 ਵਾਰੀ ਬਾਹਰ ਨਿਕਲੀਦਾ ਸੀ, 3-4 ਵਾਰੀ ਅੰਦਰ ਵੜੀਦਾ ਸੀ। ਤੇ ਜਦੋਂ ਅੰਦਰ ਬਾਹਰ ਵੜਨਾ ਤੇ ਸਾਹਮਣੇ ਦੁਕਾਨ ਤੇ ਸਿਆਣੇ ਦੀ ਦੁਕਾਨ ਤੇ ਬੋਰਡ ਲੱਗਾ ਹੁੰਦਾ ਸੀ ਵੀ 20 ਰੁਪਏ ਦੇ ਵਿੱਚ ਆਪਣਾ ਭਵਿੱਖ ਪਤਾ ਕਰੋ। ਆਖੋ ਵਾਹਿ, ਪੁਰਾਣੀ ਗੱਲ ਹੈ, ਉਦੋਂ 20 ਰੁਪਏ ਕੁਝ ਵੀ ਨਹੀਂ ਸੀ ਹੁੰਦੇ। ਤੇ ਕਹਿੰਦੇ ਐਵੇਂ ਹੀ ਚੌਥੇ ਦਿਨ ਨਾ ਮਨ ਵਿੱਚ ਆ ਗਿਆ ਵੀ ਰੋਜ਼ ਬੋਰਡ ਪੜ੍ਹਦੇ ਆ 20 ਰੁਪਏ ਵਿੱਚ ਭਵਿੱਖ ਪਤਾ ਕਰੋ। ਜਿੱਦਾਂ ਬੰਦਾ ਸ਼ੌਂਕੀਆ ਨਹੀਂ ਚਲਾ ਜਾਂਦਾ ਵੀ ਚੱਲ ਅੰਦਰ ਵੜਦੇ ਆ। ਉਹਨਾਂ ਦੀ ਕੁੜੀ ਨਾ ਵਿਆਹਨਯੋਗ ਹੋ ਗਈ ਸੀ, ਬੇਟੀ ਸੀ 22-23 ਸਾਲ ਦੀ ਹੋ ਗਈ ਸੀ। ਤੇ ਜਿੱਦਾਂ ਹਰ ਇੱਕ ਨੂੰ ਧੀ ਦੀ ਚਿੰਤਾ ਹੁੰਦੀ ਏ, ਤੇ ਕਹਿੰਦੇ ਵੀ ਲਿਖਿਆ ਹੋਇਆ 20 ਰੁਪਏ 'ਚ ਭਵਿੱਖ ਪਤਾ ਕਰੋ। ਚਲ ਕੁੜੀ ਦਾ ਖੱਤ ਵਿਖਾਣੇ ਆ, ਪਤਾ ਕਰਾਉਂਦੇ ਆ ਵੀ ਇਹਦੇ ਕਰਮਾਂ 'ਚ ਰਿਸ਼ਤਾ, ਇਹਦਾ ਵਿਆਹ ਕਦੋਂ ਹੋਏਗਾ। ਉਹ ਬੰਦੇ ਕਹਿੰਦੇ ਸ਼ੌਂਕੀਆ ਚਲੇ ਗਏ। ਤੇ ਕਹਿੰਦੇ ਜਦੋਂ ਅੰਦਰ ਗਏ, ਸੁਣਿਓ, ਕਹਿੰਦੇ ਉਹਨਾਂ ਕਿਹਾ ਜੀ ਇਹ ਧੀ ਦਾ ਹੱਥ ਵਿਖਾਉਣਾ। ਉਹਨਾਂ ਨੇ ਕਿਹਾ ਦਿਖਾਓ। ਉਹਨੇ ਹੱਥ ਵਿਖਾਇਆ। ਕਹਿੰਦੇ ਉਹ 2-4 ਮਿੰਟ ਲੱਗਾ ਰਿਹਾ। ਬਾਅਦ ਚੋਂ ਟੇਵੇ ਬਣਾਉਣ ਲੱਗ ਪਿਆ, ਤਰੀਕਾਂ ਪੁੱਛੀਆਂ, ਆ ਉਹ ਸਾਰਾ ਕੁਝ ਚੈੱਕ ਕਰਕੇ ਕੁੰਡਲੀ। ਤੇ ਕਹਿੰਦੇ ਉਹ ਕਹਿੰਦਾ ਜੀ ਇਹਦੇ ਹੱਥਾਂ ਵਿੱਚ ਵਿਆਹ ਦੀ ਰੇਖਾ ਹੀ ਨਹੀਂ ਹੈਗੀ। ਆਖੋ ਕਹਿੰਦੇ ਤੁਹਾਡੀ ਕੁੜੀ ਦਾ ਤੇ ਵਿਆਹ ਹੀ ਨਹੀਂ ਹੋ ਸਕਦਾ। ਕਹਿੰਦੇ ਕੀ ਮਤਲਬ? ਕਹਿੰਦੇ ਜੇ ਅੱਬਲ ਤੇ ਹੋਣਾ ਹੀ ਨਹੀਂ ਵਿਆਹ, ਤੇ ਜੇ ਹੋਏਗਾ ਤੇ ਕਰਿਓ ਨਾ। ਆਖੋ ਆਏ। ਕਹਿੰਦੇ ਉਹ ਕਿਉਂ ਘਬਰਾ ਗਏ? ਹੁਣ ਗਏ ਸ਼ੌਂਕੀਆ ਸੀ, ਘੁੰਮਣ ਗਏ ਹੋਏ ਸੀ, ਸ਼ੌਂਕੀਆ ਥੜੇ ਚੜ ਗਏ। ਉਹਨਾਂ ਨੇ ਕਹਿੰਦੇ ਉਹ ਜੋਸ਼ੀ ਨੇ ਕਹਿਤਾ ਵੀ ਇਹਦੇ ਵਿਆਹ ਵੱਲ ਸੋਚਣਾ ਵੀ ਨਹੀਂ, ਅੱਬਲ ਤੇ ਇਹਦਾ ਵਿਆਹ ਹੋਣਾ ਹੀ ਨਹੀਂ। ਜੇ ਹੋਏਗਾ ਤੇ ਰਿਸ਼ਤਾ ਹੋ ਗਿਆ, ਤੇ ਰਿਸ਼ਤਾ ਹੋ ਕੇ ਟੁੱਟ ਜਾਏਗਾ। ਤੇ ਤੁਹਾਨੂੰ ਪਤਾ ਰਿਸ਼ਤਾ ਹੋ ਕੇ ਟੁੱਟ ਜਾਏ ਫਿਰ ਦਾਗ ਲੱਗ ਜਾਂਦਾ। ਆਪਾਂ ਜੋ ਸਾਡੀ ਮੈਂਟੈਲਿਟੀ ਹੈ, ਜਿੱਦਾਂ ਦੇ ਲੋਕੀ ਸੋਚਦੇ ਵੀ ਹੈ ਇਹਦਾ ਹੋਇਆ ਨਹੀਂ, ਉਹ ਹੋਰ ਮਾੜਾ ਹੋ ਜਾਂਦਾ। ਤੇ ਕਹਿੰਦੇ ਜੇ ਦਾਗ ਲੱਗ ਗਿਆ ਫਿਰ ਦੁਬਾਰਾ ਨਹੀਂ ਹੋਣਾ, ਤੇ ਜੇ ਦੁਬਾਰਾ ਕਰ ਵੀ ਦਿਓਗੇ ਵਿਆਹ ਹੋ ਵੀ ਜਾਏਗਾ, ਕਹਿੰਦੇ ਫਿਰ ਤਲਾਕ ਹੋ ਜਾਏਗਾ ਜਾਂ ਡੈਥ ਹੋ ਜਾਏਗੀ। ਆਖੋ ਸਰੇ ਆਮ ਉਹਨੇ ਕਿਹਾ ਜਾਂ ਤਲਾਕ ਹੋ ਜਾਏਗਾ, ਡੈਥ ਹੋ ਜਾਏਗੀ, ਵਿਆਹ ਨੇਪਰੇ ਨਹੀਂ ਚੜੇਗਾ। ਅੱਬਲ ਤੇ ਵਿਆਹ ਹੀ ਨਹੀਂ ਹੋਣਾ, ਤੇ ਜੇ ਧੱਕੇਸ਼ਾਹੀ ਵਿਆਹ ਹੋ ਵੀ ਜਾਂਦਾ ਤੇ ਵਿਆਹ ਨੇਪਰੇ ਨਹੀਂ ਚੜੇਗਾ। ਹੁਣ ਚੜੇ ਸ਼ੌਂਕੀਆ ਸਨ, ਸੁਣਿਓ। ਤੇ ਜਦੋਂ ਥੜੇ ਤੋਂ ਉਤਰੇ ਤੇ ਚਿਹਰੇ ਲੱਥੇ ਹੋਏ। ਆਖੋ ਚਿਹਰੇ ਲੱਥੇ ਹੋਏ। ਹੁਣ ਸੰਗਤ ਜੀ ਧਿਆਨ ਦਿਓ। ਕਹਿੰਦੇ 8-10 ਦਿਨ ਦਾ ਘੁੰਮਣ ਦਾ ਪ੍ਰੋਗਰਾਮ ਸੀ, ਤੇ ਕਹਿੰਦੇ ਚੌਥੇ ਦਿਨ ਮਨ ਖੱਟਾ ਹੋ ਗਿਆ, 5ਵੇਂ ਦਿਨ ਹੀ ਵਾਪਸ ਆ ਗਏ ਅੰਮ੍ਰਿਤਸਰ। ਆਖੋ ਤੇ ਹੁਣ ਜਦੋਂ ਅੰਮ੍ਰਿਤਸਰ ਆ ਕੇ ਚਾਚੇ ਤਾਇਆਂ ਨਾਲ ਉਹਨੇ ਬੰਦੇ ਨੇ, ਪਰਿਵਾਰ ਵਾਲੇ ਨੇ ਗੱਲ ਕੀਤੀ। ਉਹਨੇ ਕਿਹਾ ਵੀ ਤੁਸੀਂ ਉਹ ਛੋਟੀ ਜੀ ਦੁਕਾਨ ਤੇ 20 ਰੁਪਏ ਵਾਲੇ ਕੋਲ ਚਲੇ ਗਏ ਹੋ, ਆਓ ਮੈਂ ਤੁਹਾਨੂੰ ਕਿਸੇ ਹੋਰ ਵੱਡੇ ਸਿਆਣੇ ਕੋਲ ਲੈ ਕੇ ਜਾਣਾ। ਵੀ ਹੁਣ ਉਹਨੂੰ ਕ੍ਰੋਸ ਚੈੱਕ ਕਰਨ ਵਾਸਤੇ ਦੂਜੀ ਥਾਂ ਚਲੇ ਗਏ। ਆਖੋ ਗੱਦੀ ਗੇੜ ਸ਼ੁਰੂ ਹੋ ਗਿਆ ਨਾ, ਵੀ ਉਹਨੇ ਡਾਊਟ ਪਾਤਾ। ਤੇ ਹੁਣ ਉਹਨੂੰ ਕਨਫਰਮ ਕਰਨ ਵਾਸਤੇ ਦੂਜਾ ਕਹਿੰਦਾ ਵੀ ਮੇਰਾ ਇੱਕ ਬੰਦਾ ਹੋਰ ਜ਼ਿਆਦਾ ਸਿਆਣਾ ਹੈ। ਕਹਿੰਦੇ ਜਦੋਂ ਉਹਦੇ ਕੋਲ ਗਏ, ਹੁਣ ਸੁਣਿਓ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ। ਕਹਿੰਦੇ ਜਿਹੜੇ ਦੂਜੇ ਬੰਦੇ ਕੋਲ ਗਏ ਜੋਸ਼ੀ ਕੋਲ, ਉਹ ਆਪਣੇ ਵੱਲੋਂ ਇਹਨਾਂ ਨੂੰ ਲੱਗਾ ਸੀ ਬੜਾ ਵੱਡਾ, ਬਹੁਤ ਸਿਆਣਾ ਹੈ। ਤੇ ਕਹਿੰਦੇ ਉੱਥੇ ਚਾਚਾ ਲੈ ਗਿਆ। ਤੇ ਜਦੋਂ ਉਹਦੇ ਕੋਲ ਗਏ ਤੇ ਤੁਸੀਂ ਬਲੀਵ ਨਹੀਂ ਕਰੋਗੇ, ਸੇਮ ਗੱਲਾਂ ਉਹਨੇ ਕਹੀਆਂ ਜਿਹੜੀਆਂ ਮਸੂਰੀ ਵਾਲੇ ਜੋਸ਼ੀ ਨੇ ਕਹੀਆਂ ਸੀ। ਆਖੋ ਸਾਰੇ ਆਖੋ ਜੀ, ਇਹਦੇ ਹੱਥਾਂ ਤੇ ਵਿਆਹ ਦੀ ਲਕੀਰ ਹੀ ਨਹੀਂ ਹੈਗੀ, ਇਹਦਾ ਰਿਸ਼ਤਾ ਹੀ ਨਹੀਂ ਹੋ ਸਕਦਾ। ਜੇ ਹੋ ਗਿਆ ਤੇ ਹੋ ਕੇ ਟੁੱਟ ਜਾਏਗਾ, ਜੇ ਵਿਆਹ ਤੱਕ ਪਹੁੰਚ ਗਿਆ ਤੇ ਵਿਆਹ ਕਾਮਯਾਬ ਨਹੀਂ ਹੋਏਗਾ, ਤਲਾਕ ਹੋ ਜਾਏਗਾ, ਡੈਥ ਹੋ ਜਾਏਗੀ। ਸੇਮ ਗੱਲਾਂ ਕਹਿੰਦੇ ਉਹ ਜੋਸ਼ੀ ਨੇ ਕਹੀਆਂ। ਕਹਿੰਦੇ ਹੁਣ ਹੋ ਗਿਆ ਕਨਫਰਮ, ਤੇ ਹੁਣ ਚਿੰਤਾ ਹੋ ਗਈ ਡਬਲ। ਹੁਣ ਸਾਰਾ ਪਰਿਵਾਰ ਅਪਸੈਟ ਰਹਿਣ ਲੱਗ ਪਿਆ। ਤੇ ਮੈਨੂੰ ਇੱਕ ਪੜ੍ਹੇ ਲਿਖੇ ਸਿਆਣੇ ਬੈਠੇ ਹੋ, ਚਿੰਤਾ ਨਾਲ ਕਦੀ ਕਿਸੇ ਦਾ ਕੁਝ ਸੋਰੇ? ਚਿੰਤਾ ਨਾਲ ਨਹੀਂ ਸੋਰਦਾ। ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ ਭਜਨ ਕਰਦੇ ਸਨ, ਕਹਿੰਦੇ ਚਿੰਤਾ ਨੂੰ ਚਿੰਤਨ ਬਣਾ ਲੈ। ਆਖੋ ਚਿੰਤਾ ਨੁਕਸਾਨ ਕਰਦੀ ਹੈ, ਚਿੰਤਾ ਡਿਪਰੈਸ਼ਨ 'ਚ ਲੈ ਜਾਏਗੀ। ਤੇ ਜਦੋਂ ਉਸੇ ਚਿੰਤਾ ਨੂੰ ਚਿੰਤਨ ਕਹਿੰਦੇ ਆ ਸਿਮਰਨ ਨੂੰ। ਆਖੋ ਜਦੋਂ ਚਿੰਤਨ ਕਰੇਗਾ ਤੇ ਸਿਮਰਨ ਤੇਰੇ ਬੇੜੇ ਬੰਨੇ ਲਾਵੇਗਾ। ਹੁਣ ਸੁਣਿਓ, ਕਹਿੰਦੇ ਹੁਣ ਇਹਨਾਂ ਦਾ ਇੱਕ ਚੰਗਾ ਕਰਮ ਉੱਤੇ ਕੀ ਆਇਆ, ਇਹ ਦਰਬਾਰ ਸਾਹਿਬ ਚਲੇ ਗਏ। ਦਰਬਾਰ ਸਾਹਿਬ ਇੱਕ ਰੰਗਿਆ ਹੋਇਆ ਪ੍ਰੇਮੀ ਸੀ, ਜਿਹੜਾ ਰਾਤੀ 2 ਵਜੇ ਸੇਵਾ ਕਰਦੇ ਸਨ ਗੁਰਮੁਖ ਪਿਆਰੇ, ਗੁਰਮੁਖ ਆਤਮਾ ਸੀ।
ਉਹਦਾ ਇਹ ਮਿੱਤਰ ਸੀ, ਇਹਦਾ ਕੁੜੀ ਦਾ ਪਿਓ। ਉਹਨੇ ਪੁੱਛਿਆ ਵੀ ਤੇਰੇ ਚਿਹਰੇ ਨੂੰ ਕੀ ਹੋਇਆ, ਚਿਹਰਾ ਲੱਥਾ ਹੋਇਆ। ਉਹਨੇ ਸਾਰੀ ਗੱਲ ਦੱਸੀ ਵੀ ਇਹ ਟੈਨਸ਼ਨ ਬਣੀ ਹੋਈ ਹੈ। ਕਹਿੰਦਾ ਹੱਟ ਝੱਲਿਆ, ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਆ ਕੇ ਚਿੰਤਾ ਕਰਦਾ ਪਿਆ। ਆਖੋ ਆਪਣੀ ਚਿੰਤਾ ਗੁਰੂ ਰਾਮਦਾਸ ਜੀ ਨੂੰ ਦੱਸ। ਕਹਿੰਦਾ ਕਿਵੇਂ ਦੱਸਾਂ? ਕਹਿੰਦਾ ਮੈਂ ਤੈਨੂੰ ਤਰੀਕਾ ਦੱਸਦਾ ਵਾਂ। ਕਹਿੰਦੇ ਰੋਜ਼ 2 ਪਾਠ ਸੁਖਮਨੀ ਸਾਹਿਬ ਦੇ ਕਰਨੇ ਆ। ਆਖੋ ਸੁਣ ਲਓ ਸਾਰੇ, ਉਹ ਦਰਬਾਰ ਸਾਹਿਬ ਦੇ ਪ੍ਰੇਮੀ ਨੇ। ਕਹਿੰਦੇ 2 ਪਾਠ ਸੁਖਮਨੀ ਦੇ ਵਧਾ ਦੇ, ਜਿੰਨਾ ਨਿਤਨੇਮ ਅੱਗੇ ਕਰਦਾ ਉਹਦੇ ਤੋਂ ਇਲਾਵਾ, ਤੇ 1 ਘੰਟਾ ਝਾੜੂ ਗੁਰੂ ਰਾਮਦਾਸ ਜੀ ਦੇ ਦਰ ਤੇ ਦੇ। ਆਪ ਵੀ ਤੇ ਕੁੜੀ ਨੂੰ ਵੀ ਕਹੋ ਗੁਰੂ ਰਾਮਦਾਸ ਜੀ ਸਭ ਭਲੀ ਕਰ ਦੇਣਗੇ। ਆਖੋ ਸੰਗਤ ਜੀ, ਕਹਿੰਦੇ ਉਹ ਪਰਿਵਾਰ ਨੇ ਤੇ ਉਹ ਬੱਚੀ ਨੇ, ਦੋਨਾਂ ਨੇ 2 ਪਾਠ ਸੁਖਮਨੀ ਸਾਹਿਬ ਦੇ ਵਧਾਤੇ ਤੇ ਨਾਲ 1 ਘੰਟਾ ਝਾੜੂ ਦੀ ਸੇਵਾ ਸ਼ੁਰੂ ਕਰਤੀ। ਆਖੋ ਤੇ ਹੁਣ ਬਾਣੀ ਪੜਨ ਨਾਲ ਕੀ ਹੁੰਦਾ ਹੈ? ਤੁਸੀਂ ਪੜੋ ਸਾਰੇ, ਧੁਰ ਕੀ ਬਾਣੀ, ਸਾਰਿਆਂ ਦੀ ਆਵਾਜ਼ ਨਹੀਂ ਆਈ। ਧੁਰ ਕੀ ਬਾਣੀ ਤਿਨ ਸਗਲੀ ਚਿੰਤ। ਹੁਣ ਇਹ ਦੱਸੋ ਮੈਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹੈ। ਇਹ ਕੋਈ ਚੁਟਕਲੇ ਨਹੀਂ ਹੈਗੇ, ਇਹ ਕੋਈ ਗਾਣੇ ਨਹੀਂ ਲਿਖੇ। ਇਹ ਜੋ ਬਚਨ ਕਹੇ ਆ ਧੁਰ ਦਰਗਾਹ ਤੋਂ ਬਚਨ ਨੇ, ਇਹ ਬਚਨ ਸੱਤ ਹੋਣੇ ਹੀ ਹੋਣੇ। ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਜਦੋਂ ਤੂੰ ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ। ਆਖੋ ਕਹਿੰਦੇ ਉਹਨਾਂ ਨੇ ਝਾੜੂ ਦੀ ਸੇਵਾ ਤੇ ਸੁਖਮਨੀ ਦੇ ਪਾਠ ਸ਼ੁਰੂ ਕੀਤੇ ਤੇ ਤੁਸੀਂ ਬਲੀਵ ਨਹੀਂ ਕਰੋਗੇ, 20 ਦਿਨਾਂ ਦੇ ਵਿੱਚ ਅਮਰੀਕਾ ਤੋਂ ਇੱਕ ਪਰਿਵਾਰ ਆਇਆ ਸੀ। ਇਹ ਗੱਲ 20-22 ਸਾਲ ਪੁਰਾਣੀ ਹੈ ਜਿਹੜੀ ਮੈਂ ਕਰ ਰਿਹਾ। ਅੱਜ ਕੱਲ ਅਮਰੀਕਾ ਦਾ ਪਰਿਵਾਰ, ਕੈਨੇਡਾ, ਲੰਡਨ, ਅੱਜ ਕੱਲ ਆਮ ਜੀ ਗੱਲ ਹੋ ਗਈ ਹੈ। ਹਰ ਪਰਿਵਾਰ ਚੋਂ ਇੱਕ ਬੱਚਾ ਬਾਹਰ ਹੈ ਜਾਂ ਬਾਹਰਲੇ ਇੱਧਰ ਆਉਂਦੇ ਹੈ। ਉਦੋਂ ਇਦਾਂ ਨਹੀਂ ਸੀ ਹੁੰਦਾ। 20-25 ਸਾਲ ਪਿੱਛੇ ਚੱਲ ਜਾਈਏ। ਆਖੋ ਸੁਣਿਓ, ਅਮਰੀਕਾ ਤੋਂ ਇੱਕ ਪਰਿਵਾਰ ਆਇਆ। ਕਹਿੰਦੇ ਉਹਨਾਂ ਨੇ ਕੁੜੀ ਨੂੰ ਝਾੜੂ ਮਾਰਦਿਆਂ ਵੇਖਿਆ, ਉਹਨਾਂ ਨੇ ਉੱਥੇ ਹੀ ਹਾਂ ਕਰਤੀ। ਆਖੋ ਮੰਗ ਕੇ ਰਿਸ਼ਤਾ ਲਿਆ, ਕੋਈ ਵਿਖ ਵਿਖਾ ਨਹੀਂ ਕੀਤਾ। ਸੁਣਿਓ, ਇੱਕ ਹੁੰਦਾ ਨਾ ਕਈ ਵਾਰੀ ਵਿਆਹ ਬੜਾ ਔਖਾ ਹੁੰਦਾ, 5 ਵਾਰੀ ਵਿਖ ਵਿਖਾ ਹੋ ਗਿਆ ਤਾਂ ਗੱਲ ਬਣਦੀ। ਕਹਿੰਦੇ ਉਹ ਪਰਿਵਾਰ ਆਇਆ, ਉਹਨਾਂ ਨੇ ਵੇਖਿਆ ਬੱਚੀ ਇੰਨੀ ਲਗਨ ਨਾਲ ਝਾੜੂ ਮਾਰਦੀ ਪਈ। ਉਹਨਾਂ ਨੇ ਪਰਿਵਾਰ ਨੂੰ ਲੱਭਿਆ, ਉਹਨਾਂ ਨੇ ਮੰਗ ਕੇ ਰਿਸ਼ਤਾ ਲਿਆ ਵੀ ਸਾਨੂੰ ਆਹ ਕੁੜੀ ਦਾ ਰਿਸ਼ਤਾ ਚਾਹੀਦਾ। ਆਖੋ ਕਹਿੰਦੇ ਸਾਰਾ ਕੁਝ ਮੈਚ ਸੀ, ਕੁੜੀ ਵਾਲਿਆਂ ਨੇ ਹਾਂ ਕਰਤੀ। ਸੁਣਿਓ, ਤੇ ਜਦੋਂ ਹਾਂ ਹੋ ਗਈ 15-20 ਦਿਨਾਂ ਬਾਅਦ ਪਰਿਵਾਰ ਨੇ ਰਿਸ਼ਤਾ ਮੰਗਿਆ। ਦੂਜੇ ਤੀਜੇ ਦਿਨ ਹਾਂ ਹੋ ਗਈ, ਸਾਰਾ ਚੈੱਕ ਕਰ ਲਿਆ ਤੇ ਕਹਿੰਦੇ 20 ਕੁ ਦਿਨਾਂ ਵਿੱਚ ਉਹਨਾਂ ਨੇ ਵਿਆਹ ਧਰ ਲਿਆ। ਤੇ ਜਦੋਂ ਵਿਆਹ ਧਰਨ ਤੋਂ ਬਾਅਦ ਕਹਿੰਦੇ ਉਹਨਾਂ ਨੇ ਕਾਗਜ਼ ਵਗੈਰਾ ਅਪਲਾਈ ਕੀਤੇ, ਕੁੜੀ ਦਾ ਵੀਜ਼ਾ ਲੱਗ ਗਿਆ ਜੀ 2 ਮਹੀਨਿਆਂ ਦੇ ਵਿੱਚ। ਆਖੋ 20 ਦਿਨਾਂ 'ਚ ਰਿਸ਼ਤਾ ਹੋ ਗਿਆ, ਮਹੀਨੇ 'ਚ ਵਿਆਹ ਹੋ ਗਿਆ ਤੇ 2-3 ਮਹੀਨਿਆਂ ਵਿੱਚ ਕੁੜੀ ਅਮਰੀਕਾ ਚਲੀ ਗਈ। ਸਾਰੇ ਆਖੋ ਜੀ। ਤੇ ਹੁਣ ਸੁਣਿਓ, ਸਾਲ 2 ਸਾਲ 3 ਸਾਲ 4 ਸਾਲ 8 ਸਾਲ ਲੰਘ ਗਏ। 2 ਬੱਚੇ ਪਰਿਵਾਰ ਦੇ ਵਿੱਚ ਹੋਏ। ਉਹ ਬੱਚੀ ਦੇ 8 ਸਾਲਾਂ ਬਾਅਦ ਉਹ ਕੁੜੀ ਬੱਚਿਆਂ ਦੇ ਨਾਲ ਅਮਰੀਕਾ ਤੋਂ ਜਦੋਂ ਇੰਡੀਆ ਆਈ ਹੈ ਨਾ ਘੁੰਮਣ ਵਾਸਤੇ, ਤੇ ਰੋਈ ਜਾਵੇ ਰੋਈ ਜਾਵੇ। ਉਹ ਪਰਿਵਾਰ ਕਹਿੰਦਾ ਕਿਉਂ ਰੋਣੀ ਪਈ ਹੈ? ਕਹਿੰਦੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਜਾਣਾ ਇੱਕ ਸ਼ੁਕਰਾਨਾ ਕਰਨ। ਸੁਣਿਓ, ਤੇ ਦੂਜਾ ਜਾਣਾ ਮਸੂਰੀ, ਉਹ ਜੋਸ਼ੀ ਨੂੰ ਪੁੱਛਣਾ। ਆਖੋ ਆਏ ਕਹਿੰਦੇ ਕੀ ਪੁੱਛਣਾ ਹੀ? ਕਹਿੰਦੀ ਵੀ ਉਹ ਕਹਿੰਦੇ ਸੀ ਰਿਸ਼ਤਾ ਹੀ ਨਹੀਂ ਹੋ ਸਕਦਾ, ਰਿਸ਼ਤਾ ਹੋਣਾ ਹੀ ਨਹੀਂ, ਜੇ ਹੋ ਜਾਏਗਾ ਟੁੱਟ ਜਾਏਗਾ, ਦਾਗ ਲੱਗ ਜਾਏਗਾ, ਜੇ ਵਿਆਹ ਤੱਕ ਪਹੁੰਚਿਆ ਤੇ ਤਲਾਕ, ਝਗੜਾ, ਡੈਥ, ਕਈ ਕੁਝ ਹੋਏਗਾ। ਤੇ ਕਹਿੰਦੀ ਮੈਂ ਹੈਰਾਨ ਆ ਵੀ ਮੈਨੂੰ ਪਰਿਵਾਰ ਗੁਰੂ ਰਾਮਦਾਸ ਜੀ ਨੇ ਇੰਨਾ ਚੰਗਾ ਦਿੱਤਾ ਵੀ ਸ਼ੁਰੂ ਤੋਂ ਹੀ ਕਿਰਪਾ ਹੀ ਚੱਲਦੀ ਆ ਰਹੀ ਹੈ। ਕਹਿੰਦੀ ਮੈਂ ਹੈਰਾਨ ਆ ਵੀ ਸਾਨੂੰ ਰਿਸ਼ਤਾ ਮੰਗਣਾ ਨਹੀਂ ਪਿਆ, ਉਹਨਾਂ ਨੇ ਮੰਗੇ, ਪਹਿਲੇ ਵਿਖ ਵਿਖਾ ਤੱਕ ਨਹੀਂ ਕਰਨਾ ਪਿਆ, ਸਿੱਧਾ ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਅਮਰੀਕਾ ਚਲੀ ਗਈ, 2 ਬੱਚੇ ਨੇ। ਤੇ ਕਹਿੰਦੀ ਆਮ ਹਰ ਘਰ ਦੇ ਵਿੱਚ ਭਾਂਡੇ ਖੜਕਦੇ ਆ, ਲੜਾਈ ਤੂੰ ਮੈਂ ਝਗੜਾ ਹੁੰਦਾ ਹੀ ਏ, ਛੋਟਾ ਹੋਵੇ ਵੱਡਾ ਹੋਵੇ। ਤੇ ਕਹਿੰਦੀ ਇੱਥੇ ਇੰਨੀ ਕਿਰਪਾ ਹੈ ਕਿ 8 ਸਾਲਾਂ ਵਿੱਚ ਮੇਰੇ ਘਰ ਵਾਲੇ ਨੇ ਮੈਨੂੰ ਓਏ ਕਰਕੇ ਨਹੀਂ ਕਦੀ ਬੁਲਾਇਆ। ਆਖੋ
ਕਹਿੰਦੀ ਇੱਕ ਵਾਰੀ ਮੈਂ ਜੋਸ਼ੀ ਨੂੰ ਪੁੱਛਣਾ। ਤੇ ਸਾਧ ਸੰਗਤ ਉਹ ਗਈ, ਪਹਿਲੇ ਦਰਬਾਰ ਸਾਹਿਬ ਸ਼ੁਕਰਾਨਾ ਕੀਤਾ ਤੇ ਉਚੇਚਾ ਗਈ ਮਸੂਰੀ। ਹੁਣ ਸੁਣਿਓ, ਮੈਂ ਸਮਾਪਤੀ ਕਰਨ ਲੱਗਾ। ਮਸੂਰੀ ਗਈ ਤੇ ਹੁਣ ਸੁਣਨਾ ਜੀ, ਕੁੜੀ ਸਿਆਣੀ ਸੀ। ਉਹ ਕਹਿੰਦੀ ਵੀ ਮੈਂ ਨਾ ਗਹਿਣੇ ਗੁਣੇ ਪਾ ਕੇ ਨਹੀਂ ਜਾਣੇ, ਆ ਲਿਪਸਟਿਕ ਪਾ ਕੇ ਨਹੀਂ ਜਾਣੀ, ਸਾਦੇ ਕੱਪੜੇ ਪਾਏ ਵੀ ਜਿੱਦਾਂ ਕੁਆਰੀਆਂ ਕੁੜੀਆਂ ਸਾਦੀਆਂ ਰਹਿੰਦੀਆਂ ਨਾ, ਵੀ ਚੁੰਨੀ ਲਿੱਤੀ, ਕੋਈ ਲਿਪਸਟਿਕ ਨਹੀਂ, ਕੋਈ ਬਿੰਦੀ ਨਹੀਂ, ਜਿਹੜੀਆਂ ਵਿਆਹ ਦੀਆਂ ਨਿਸ਼ਾਨੀਆਂ ਹੁੰਦੀਆਂ, ਕੋਈ ਮੰਗਲ ਸੂਤਰ ਨਹੀਂ ਪਾਇਆ। ਸੁਣਿਓ, ਤੇ ਸਾਦੇ ਕੱਪੜੇ ਪਾ ਕੇ ਤੇ ਜਦੋਂ ਗਈ ਨਾ ਜੋਸ਼ੀ ਕੋਲ, ਹੁਣ ਸੁਣਨਾ, ਕਹਿੰਦੀ ਜੀ ਹੱਥ ਦਿਖਾਣਾ ਹੈ। ਉਹਨੇ ਹੱਥ ਵੇਖਿਆ ਤੇ ਕਹਿੰਦੀ ਵੀ ਮੈਂ ਵਿਆਹ ਦਾ ਪੁੱਛਣਾ ਹੈ। ਕਹਿੰਦੇ ਤੇਰੇ ਕਰਮਾਂ 'ਚ ਵਿਆਹ ਲਿਖਿਆ ਹੀ ਨਹੀਂ। ਉਹ ਫਿਰ ਕਹਿ ਰਿਹਾ, ਕਹਿੰਦੇ ਤੇਰੇ ਹੱਥਾਂ 'ਚ ਵਿਆਹ ਦੀ ਲਕੀਰ ਹੀ ਨਹੀਂ ਹੈਗੀ। ਕਹਿੰਦੀ ਜੋਸ਼ੀ ਜੀ ਤੁਸੀਂ 8 ਸਾਲ ਪਹਿਲੇ ਵੀ ਇਹੀ ਕਿਹਾ ਸੀ। ਕਹਿੰਦਾ ਹਾਂ ਮੈਂ ਤਾਂ ਹੀ ਤੇ ਤੈਨੂੰ ਪਛਾਣਦਾ ਪਿਆ ਸਾਂ, ਤੈਨੂੰ ਵੇਖਿਆ, ਤੂੰ ਅੱਗੇ ਵੀ ਆਈ ਸੀ। ਕਹਿੰਦੀ ਹਾਂ 8 ਸਾਲ ਪਹਿਲੇ ਆਈ ਸਾਂ। ਤੇ ਕਹਿੰਦੇ ਸੁਣਿਓ ਹੁਣ, ਉਹ ਜੋਸ਼ੀ ਕਹਿੰਦਾ ਮੈਂ ਤੇ ਤੈਨੂੰ ਉਦੋਂ ਵੀ ਕਿਹਾ ਸੀ, ਮੈਂ ਤੈਨੂੰ ਅੱਜ ਵੀ ਕਹਿਣਾ, ਤੇਰੇ ਹੱਥ ਵਿੱਚ ਵਿਆਹ ਦੀ ਰੇਖਾ ਹੀ ਨਹੀਂ ਹੈਗੀ, ਤੇਰਾ ਵਿਆਹ ਹੋ ਹੀ ਨਹੀਂ ਸਕਦਾ। ਮੈਂ ਉਦੋਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ। ਤੇ ਕਹਿੰਦੇ ਉਸੇ ਵੇਲੇ ਉਹ ਬੱਚੀ ਨੇ ਨਾ ਆਪਣੇ ਵੱਡੇ ਮੁੰਡੇ ਨੂੰ ਆਵਾਜ਼ ਮਾਰੀ, ਕਹਿੰਦੀ ਪੁੱਤਰ ਇੱਧਰ ਆ। ਉਹ ਵੱਡਾ ਮੁੰਡਾ ਆਇਆ, ਕਹਿੰਦਾ ਇਹ ਕੌਣ ਹੈ? ਕਹਿੰਦੀ ਮੇਰਾ ਮੁੰਡਾ ਹੈ। ਆਖੋ, ਦੂਜੇ ਮੁੰਡੇ ਨੂੰ ਬੁਲਾਇਆ, ਕਹਿੰਦੀ ਇਹ ਮੇਰਾ ਛੋਟਾ ਮੁੰਡਾ। ਕਹਿੰਦਾ ਹੈ ਤੇਰਾ ਵਿਆਹ ਹੋ ਗਿਆ? ਕਹਿੰਦੀ ਉਸੇ ਸਾਲ ਹੀ ਹੋ ਗਿਆ ਸੀ, ਮੇਰੇ 2 ਬੱਚੇ ਨੇ, ਤੂੰ ਕਹਿੰਦਾ ਸਾਂ ਵਿਆਹ ਹੋਣਾ ਨਹੀਂ, ਜੇ ਹੋ ਜਾਏਗਾ ਟੁੱਟ ਜਾਏਗਾ। ਤੇ ਸਾਡੀ ਤੇ ਕਦੀ ਛੋਟੀ ਜਿਹੀ ਲੜਾਈ ਵੀ ਨਹੀਂ ਹੋਈ। ਮੇਰਾ ਘਰ ਵਾਲਾ ਮੈਨੂੰ ਇੰਨੇ ਪਿਆਰ ਨਾਲ ਰੱਖਦਾ, ਜੀ ਕਹਿ ਕੇ ਬੁਲਾਉਂਦਾ। ਜੋਸ਼ੀ ਕਹਿੰਦਾ ਇੰਪੋਸੀਬਲ, ਅਸੰਭਵ, ਇਹ ਨਹੀਂ ਹੋ ਸਕਦਾ। ਉਹ ਬੱਚੀ ਦਾ ਅੱਗੋਂ ਜਵਾਬ ਸੁਣਿਓ, ਕਹਿੰਦੀ ਤੂੰ ਕਹਿੰਦਾ ਨਾ ਅਸੰਭਵ ਨਹੀਂ ਹੋ ਸਕਦਾ। ਕਹਿੰਦਾ ਹਾਂ। ਕਹਿੰਦੀ ਪਰ ਮੇਰੇ ਕੋਲ ਸੁਣ, ਮੈਂ ਦੱਸਦੀ ਆ ਵੀ ਇਹ ਹੋਇਆ। ਆਖੋ ਆਏ। ਉਹ ਕਹਿੰਦਾ ਇਹ ਕਿਵੇਂ ਹੋ ਗਿਆ? ਤੇ ਹੁਣ ਕੁੜੀ ਦਾ ਜਵਾਬ ਸੁਣਿਓ, ਕਹਿੰਦੀ ਮੈਨੂੰ ਪਤਾ ਲੱਗ ਗਿਆ ਜੋਸ਼ੀ ਜੀ, ਤੁਸੀਂ ਕੇਵਲ ਦੱਸ ਸਕਦੇ ਹੋ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਇੰਨੇ ਵੱਡੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ, ਗੁਰੂ ਗ੍ਰੰਥ ਸਾਹਿਬ ਨਵੇਂ ਕਰਮ ਲਿਖ ਦਿੰਦੇ ਆ। ਇੱਕ ਲਾਓ ਜੈਕਾਰਾ ਜੀ। ਕਹਿੰਦੀ ਜੋਸ਼ੀ ਤੂੰ ਕੇਵਲ ਦੱਸ ਸਕਦੇ ਵੀ ਤੇਰੇ ਕਰਮਾਂ 'ਚ ਕੀ ਲਿਖਿਆ, ਪਰ ਬਦਲ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਾੜੇ ਕਰਮ ਬਦਲ ਕੇ ਨਵੇਂ ਕਰਮ ਲਿਖ ਸਕਦੀ ਏ। ਆਖੋ ਵਾਹਿ, ਸਾਰੇ ਆਖੋ ਜੀ। ਇਸ ਕਰਕੇ ਮੇਰੇ ਸਮੇਤ ਜਿੰਨੇ ਬੈਠੇ ਆ, ਆਪਾਂ ਬਾਣੀ ਦਾ ਓਟ ਆਸਰਾ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਬਾਣੀ ਪੜ੍ਹੀਏ। ਆਓ ਹੁਣ ਸਮਾਪਤੀ ਕਰਾਂਗੇ, ਕੋਈ ਰਸਨਾ ਖਾਲੀ ਨਾ ਰਵੇ। ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੰਗਤ ਵੱਲੋਂ, ਪ੍ਰਬੰਧਕਾਂ ਵੱਲੋਂ ਬੇਅੰਤ ਕੀਰਤਨ ਦੇ ਸਤਿਕਾਰ ਵਜੋਂ ਜਿੰਨੀ ਮਾਇਆ ਆਪ ਜੀ ਨੇ ਹਾਜ਼ਰ ਕੀਤੀ ਏ, ਇਹ ਤੁਹਾਡੀ ਮਾਇਆ ਦਾ ਇੱਕ ਇੱਕ ਪੈਸਾ ਮੇਰੇ ਬਾਬੇ ਨਾਨਕ ਦੀਆਂ ਮਿਹਰਾਂ ਨੇ। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ, ਬੀਬੀ ਕੋਲਾਂ ਜੀ ਵਾਲੇ, ਉਹਨਾਂ ਦੇ ਉਦਮ ਨਾਲ ਕਦੀ ਅੰਮ੍ਰਿਤਸਰ ਸਾਹਿਬ ਆਓ, ਆਪਣੀਆਂ ਅੱਖਾਂ ਨਾਲ ਵੇਖੋ। ਤਰਨ ਤਾਰਨ ਰੋਡ ਤੇ ਬੀਬੀ ਕੋਲਾਂ ਜੀ ਭਲਾਈ ਕੇਂਦਰ ਚੱਲਦਾ ਹੈ, ਉੱਥੇ 3000 ਵਿਧਵਾ ਬੀਬੀਆਂ ਰਾਸ਼ਨ ਲੈ ਰਹੀਆਂ। ਇਹਦੇ ਯੂਨਿਟ 22 ਸ਼ਹਿਰਾਂ 'ਚ ਚੱਲਦੇ ਹੈ। 8-9 ਹਜ਼ਾਰ ਵਿਧਵਾ ਬੀਬੀਆਂ ਦੇ ਪਰਿਵਾਰ ਹਰ ਮਹੀਨੇ ਫ੍ਰੀ ਰਾਸ਼ਨ ਲੈਂਦੇ ਆ। ਇਹਦੇ ਤੋਂ ਇਲਾਵਾ 3 ਹਸਪੀਟਲ, 2 ਸਕੂਲ, 2 ਸਰਾਵਾਂ ਔਰ ਸਾਧ ਸੰਗਤ ਜੀ 2 ਇਤਿਹਾਸਕ ਗੁਰਦੁਆਰੇ। ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੋਵਿੰਡ ਸਾਹਿਬ, ਦੂਜਾ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਪੁੱਲਾ ਸਾਹਿਬ। ਇਹਨਾਂ ਦੋਨਾਂ ਸਥਾਨਾਂ ਦੀ ਕਾਰ ਸੇਵਾ ਮੇਰੇ ਮਹਾਰਾਜ ਜੀ ਸਿਰ ਤੇ ਹੱਥ ਰੱਖ ਕੇ ਲੈ ਰਹੇ ਨੇ। ਔਰ ਇੱਕ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ ਵਿਖੇ ਸਾਧ ਸੰਗਤ ਜੀ ਇੱਕ ਸਤਸੰਗ ਕਰਨ ਵਾਸਤੇ ਹਾਲ ਬਣ ਰਿਹਾ ਹੈ। ਇਹ ਜਿੱਡਾ ਹਾਲ ਆਪਣਾ ਨਾ ਇਹਦੇ ਬਰਾਬਰ ਹੀ ਹੈ। ਤੇ ਉੱਥੇ ਕਿਉਂਕਿ ਹਸਪਤਾਲ ਵਿਖੇ ਹਰ ਮਹੀਨੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ, ਹਰ ਸਾਲ ਇਕੋਤਰੀ ਰੱਖੀ ਜਾਂਦੀ ਏ, ਸਤਸੰਗ ਦੇ ਕੀਰਤਨ ਦੇ ਦੀਵਾਨ ਸਜਦੇ ਹੈ। ਉੱਥੇ ਇਸ ਵੇਲੇ 10 ਏਸੀਆਂ ਦੀ ਲੋੜ ਏ, ਉਹ ਸੇਵਾ ਚੱਲ ਰਹੀ ਹੈ। 10 ਏਸੀ ਲੱਗਣੇ ਹੈ। ਤੇ ਅੱਜ ਅਸੀਂ ਥੋੜੇ ਪਹਿਲੇ ਆ ਗਏ ਸਾਂ, ਇੱਥੇ 8 ਵਜੇ ਹਾਜ਼ਰੀ ਸੀ। ਅੱਜ ਬਾਜ਼ਾਰ ਦੇ ਵਿੱਚ ਲਾਈਟਾਂ ਦੀ ਸ਼ਾਪਿੰਗ ਕੀਤੀ ਹੈ। ਤੇ ਆ ਜਿਹੜਾ ਝੂਮਰ ਲੱਗਾ ਨਾ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਉਹ ਝੂਮਰ ਵੇਖਣ ਵਾਸਤੇ ਆਏ ਸਾਂ। ਇਹ ਸਾਰੀ ਮਾਇਆ
ਕਾਰ ਸੇਵਾ ਦੇ ਵਿੱਚ ਵਰਤੀ ਜਾਂਦੀ ਏ। ਵਿਧਵਾ ਬੀਬੀਆਂ ਦੇ ਮੁਖ ਵਿੱਚ ਰਾਸ਼ਨ ਬਣ ਕੇ, ਗਰੀਬ ਮਰੀਜ਼ਾਂ ਦੇ ਮੂੰਹ 'ਚ ਦਵਾਈਆਂ ਬਣ ਕੇ, ਤੇ ਇਦਾਂ ਕਾਰ ਸੇਵਾਵਾਂ ਵਿੱਚ ਵਰਤੀ ਜਾਂਦੀ ਏ। ਸਤਿਗੁਰ ਮਿਹਰ ਕਰਨ। आओ पंक्तियां पढ़ के समाप्ति करिए। संगत विच साडे मानयोग सत्कारयोग भाई करतार सिंह जी चावला विक्की वीर जी, जेड़े किसी जान पछाण दे मुहताज नहीं। सेवावां जिवें भी जेड़ा भी जिथे भी कोई सेवा वास्ते इन्हां नूं बेनती करदा है, हर वेले तत्पर ने। दास दे नाल ही मेरा ख्याल है 25-26 साल तो प्यार इन्हां दा। जिथे ड्यूटी ला दी उत्थे खड़े हुंदे है। उन्होंने भी संगत विच शमूलीयत की है। असी जियों आया आखदे हां। साडे सत्कारयोग साध संगत जी सरदार हरजीत सिंह जी ईस्ट ऑफ कैलाश तो, जिहड़े मैं 22 शहरों च भलाई केंद्र कहे आ ना, तुहाडे दिल्ली शहर च 5 भलाई केंद्र चल रहे हैं, तो एक भलाई केंद्र ईस्ट ऑफ कैलाश सरदार हरजीत सिंह जी भैन जी जसविंदर कौर जी चलाते ने। माता साहब कौर जी असीस भलाई केंद्र, इन्होंने अपनी बेसमेंट दे विच सारा उत्थों राशन विधवा बीबियां नूं दिता जांदा है। वो भी दास दे नाल संगत विच आए है। असी उन्हां नूं भी जी आयां नूं आखदे हां। सवेर तो ये भी साडे नाल सेवा विच लगे हुए ने। रोम रोम नाल उन्हां दा भी धन्नवाद। आओ शब्द दीआं पंक्तियां पढ़ के समाप्ति करिए। आयो सुनन पढ़न को पानी, आयो सुनन पढ़न को पानी, आयो सुनन पढ़न को पानी, आयो सुनन पढ़न को पानी। बोलो भैणा बोलो, आयो सुन। संगत बोलो जी, आयो सुनन पढ़न को ओ, आयो सुनन ओ बानी। आओ जी, हुक्म होया 5-10 मिनट का एक शब्द होर पढ़िया जाए। आओ शब्द गुरु प्रकाश्यो, शब्द गुरु प्रकाश्यो, शब्द गुरु प्रकाश्यो, शब्द गुरु प्रकाश्यो। शब्द गुरु प्रकाश्यो, शब्द गुरु प्रकाश्यो, शब्द गुरु प्रकाश्यो, शब्द गुरु प्रकाश्यो। हर रसन बसायो, हर रस में बसायो, हर रसन बसायो, हर रस में बसायो।
शब्द गुरु प्रकाश, शब्द गुरु प्रकाश। बोलो सारे गुरु प्रकाश, शब्द गुरु प्रकाश। कहना बोलो सारियां शब्द गुरु। बाणी गुरु गुरु है बाणी विच बाणी अमृत सारे। गुरबाणी कहे सेवक जन माने। गुरबाणी कहे सेवक जन माने। परतख गुरु निस्तारे। गुरबाणी कहे सेवक जन माने। प्रतख गुरु निस्तारे। प्रतख गुरु निस्तारे। शब्द गुरु प्रकाश, शब्द गुरु प्रकाश। शब्द गुरु प्रकाश। बोलो संगत बोलो जी शब्द। आज्ञा पई अकाल की तभी चलायो पंथ। सब सिखण को हुक्म है गुरु मान्यो ग्रंथ। शब्द गुरु प्रकाश, शब्द गुरु प्रकाश। शब्द गुरु प्रकाश। बोलो भैना बोलो शब्द गुरु। वाह वाह। धन श्री गुरु ग्रंथ साहिब जी। 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 वाह वाह। शब्द गुरु प्रकाश, शब्द गुरु प्रकाश। शब्द गुरु प्रकाश। सिमरन सोई पुरख अचल अविनाशी। जिस सिमरत दुर्मत मल नासी। सतगुर चरण कवल रिद तारंग। गुर अर्जन गुण सहज विचारंग।
गुर रामदास घर कियो परगासा सगल मनोरथ पूरी आसा तै जनमत गुरमत ब्रह्म पछाणियो कल जोड़ कर सुज सुबकान्यो भगत जोग को जैतवा हर जनक उपायो शब्द गुरु पर कास्यो हर रसन बसायो गुरु नानक अंगद अमर लाभ उत्तम पद पायो गुर अर्जन घर गुर रामदास भगत उतर आयो शब्द गुरु प्रकाश शब्द गुरु प्रकाश गुरु प्रकाश शब्द गुरु बोलो सारे बोलो जे शब्द गुरु वाह वाह प्रकाश इन्नी सेवा प्रवान करनी होइयां बेअंत आदियां ब्यादियां भुल्लां नाच तारनियां इत्थों दी सारी प्रबंधक कमेटी सारे प्रबंधक जी प्रधान जी उन्हां नाल सारियां बावां सारी मैनेजमेंट दा गुरु के वजीर गुरु के कीर्तनीय सारियां दा दास तै दिलों धन्नवाद करदा जो इन्ना मान प्यार सत्कार आप जी ने बख्शिया। आओ हुण आनंद साहब जी दे पाठ सारी संगत रल के हाजरी लाइए जी करो कृपा जी। राम कली महला तीजा नंद एक ओंकार सतगुर प्रसाद नंद पया मेरी माए सतगुरु मैं पाया पाया सहज मन दिया राग रतन परवार परियां शब्द गावण आया सगावो हरि के मंदिर कहे नानक आनंद हुआ सतगुरु मैं पाया मन मेरे तू सदारो नाल रो तू मन मेरे दुख सब विसारना करो करे तेरा काज सब सवारना सवना गला समरथ स्वामी सो क्यों मनो विसारे नानक मन में सदारो साच साहिबा क्या नहीं करते रे तेरे सब सदा सिफत सलाह तेरी नाम मन वसावे जिनके मन कहे नानक सच्चे साहिब क्या नहीं करते रे साचा नाम आधारो नाम आधार मेरा दुखा सब गवाइया कर शांत सुख मन आयुष्या इच्छा सब बुझाइया कुर्बान पिता दुर्गे कहे नानक सुनो संतो शब्द तरो प्यारो साचा नाम मेरा कार सुभागे शब्द बाजे पंचदूत तुद वस कीते काल कंटक मारया पाया तो जिनको से नाम हर के लागे नानक दस को आदत कर अनहद वाजे आनंद सुनो मद पागी हो सगल मनोरथ पूरे आर ब्रह्म पाया उतरे सगल विसूरे दुख रोग संताप उतरे पूरी सच्ची बानी संत साजन भय सच पूरे गुर पे जानी नानक गुर चरण लागे वाजे अनहद तुरे सलो पवन गुरु पानी पिता माता दर्द महात दिवस रात दुई दाई दाया खेले सगल
ਬੁਰਾਈਆਂ ਵਾਤੇ ਧਰਮ ਹਦੂਰ ਕਰਮੀ ਆਪੋ ਆਪਣੀ ਜੇ ਨੇੜੇ ਜੈ ਦੂਰ ਜਿਨੀ ਨਾਮ ਆਇਆ ਗਏ ਮਸ਼ਕਤ ਕਾਲ ਨਾਨਕ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਬੋਲੋ ਜੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਹਾਲ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।